ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਤੁਸੀਂ ਆਪਣੇ ਵਿਚਾਰ ਜਿਹੜੇ ਪੰਜਾਬੀ ਜ਼ਰੂਰ ਕਮੈਂਟ ਕਰਿਓ ਤੇ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਹਾਂਜੀ, ਮਿਹਰਬਾਨੀ। ਧੰਨਵਾਦ ਖਾਲਿਦ ਸਾਹਿਬ। ਸ਼ੁਰੂਆਤ ਇੱਥੋਂ ਕਿ ਦਿੱਲੀ ਸੇਵਾ ਬਿੱਲ ਜਿਹੜਾ ਹੈ ਉਹ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਜਿਸ ਤਰੀਕੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਗੱਲ ਕਰ ਰਹੇ ਸੀਗੇ ਕਿ ਇਹ ਕੋਈ ਪੰਚਾਇਤ ਨਹੀਂ, ਜਾਂ ਫਿਰ ਜਿਸ ਵੀ ਢੰਗ ਦੇ ਨਾਲ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਸੁਪਨੇ ਨਾ ਲਓ, ਪ੍ਰਧਾਨ ਮੰਤਰੀ ਬਣਨ ਦੇ ਅਧਿਕਾਰ ਤਾਂ ਸਾਰਿਆਂ ਨੂੰ ਹੈ। ਪਰ ਜਿਵੇਂ ਕੇਜਰੀਵਾਲ ਸਾਹਿਬ ਨੇ ਅੱਗੋਂ ਰਿਐਕਟ ਕੀਤਾ ਕਿ ਹੁਣੇ ਕੀ ਚਪੜਾਸੀਆਂ ਦੀਆਂ ਨਿਯੁਕਤੀਆਂ ਜਾਂ ਇਸ ਤਰੀਕੇ ਦੇ ਨਾਲ ਕਹਿਣਾ, ਜਾਂ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਸੇਵਾ ਬਿੱਲ ਪਾਸ ਕੀਤਾ ਗਿਆ ਰਾਜ ਸਭਾ ਦੇ ਵਿੱਚ ਜਾਂ ਦੋਹਾਂ ਸਦਨਾਂ ਦੇ ਵਿੱਚ, ਉਹਨੂੰ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਸੂਰਜ ਨਾਲ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਕੀ ਇਹ ਸੂਰਜ ਡੁੱਬ ਚੁੱਕਿਆ, ਜਾਂ ਫਿਰ ਇਹ ਕਿਸੇ ਨਵੇਂ ਢੰਗ ਦੇ ਨਾਲ ਹੁਣ ਹੋਰ ਸਟੇਟਾਂ ਦੀ ਰਾਜਨੀਤੀ ਨੂੰ ਨਾਲ ਲੈ ਕੇ, ਜਾਂ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 140 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਆ ਜੋ ਕੇਂਦਰ ਸਰਕਾਰ ਕਰ ਰਹੀ ਹੈ, ਜਾਂ ਉਸ ਤਰੀਕੇ ਨਾਲ ਇਹਨੂੰ ਸਮਝਿਆ ਜਾਵੇ? ਦੇਖੋ ਏਦਾਂ ਸੁਖਵਿੰਦਰ ਜੀ ਕਿ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਗੱਲ ਦਾ ਕਿ ਜਿਹੜਾ ਦਿੱਲੀ ਹੈ ਉਹ ਫੁੱਲ ਫਲੈਜਡ ਸਟੇਟ ਨਹੀਂ ਹੈ। ਔਰ ਦਿੱਲੀ ਇੱਕ ਤਰ੍ਹਾਂ ਅੱਧਾ ਸਟੇਟ ਹੈ ਜਾਂ ਕਹਿ ਲਓ ਯੂਨੀਅਨ ਟੈਰੀਟਰੀ ਹੈ, ਜਿਵੇਂ ਕਿ ਹੋਮ ਮਿਨਿਸਟਰ ਨੇ ਗੱਲ ਕੀਤੀ ਹੈ। ਹੋਮ ਮਿਨਿਸਟਰ ਨੇ ਇਹ ਵੀ ਗੱਲ ਕੀਤੀ ਹੈ ਕਿ ਤੁਸੀਂ ਪ੍ਰਾਈਮ ਮਿਨਿਸਟਰ ਦੇ ਸੁਪਨੇ ਅਸੈਂਬਲੀ ਦਾ ਇਲੈਕਸ਼ਨ ਲੜ ਕੇ ਨਹੀਂ ਲੈ ਸਕਦੇ। ਉਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਆਉਣਾ ਪਏਗਾ। ਪਾਰਲੀਮੈਂਟ ਜੋ ਉਹ ਇੱਕ ਲੰਬਾ ਹੋਏਗਾ। ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਦਿੱਲੀ ਦੀ ਸਰਕਾਰ ਜਿਹੜੀ ਹੈਗੀ ਹੈ ਸਾਡੀ ਨਿਗਾਹ ਦੇ ਵਿੱਚ ਵੀ ਉਹ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰੂਗੀ ਜੇ ਅਸੀਂ ਇਹ ਬਿੱਲ ਨਹੀਂ ਲੈ ਕੇ ਆਵਾਂਗੇ। ਤਾਂ ਅਸੀਂ ਇਹ ਬਿੱਲ ਲੈ ਕੇ ਆ ਰਹੇ ਹਾਂ, ਸਾਡਾ ਅਧਿਕਾਰ ਹੈ ਇਹ ਬਿੱਲ ਲੈ ਕੇ ਆਉਣਾ। ਇਹ ਵੀ ਉਹਨਾਂ ਨੇ ਕਿਹਾ ਕਿ ਸਾਡੀ ਕੰਪੀਟੈਂਸ ਹੈ ਔਰ ਸਾਡੀ ਜੁਰਿਸਡਿਕਸ਼ਨ ਹੈ, ਅਸੀਂ ਇਹ ਬਿੱਲ ਲਿਆ ਰਹੇ ਹਾਂ। ਤੇ ਜਿੱਥੇ ਤੱਕ ਸਵਾਲ ਹੈ ਕਿ ਕੇਜਰੀਵਾਲ ਦਾ ਤੇ ਸੈਂਟਰ ਗਵਰਨਮੈਂਟ ਦਾ, ਇਹ ਤਾਂ ਸ਼ੁਰੂ ਤੋਂ ਹੀ ਟਖੜਕਾ ਚੱਲ ਰਿਹਾ ਹੈ। ਇਸੇ ਕਰਕੇ ਜਿਸ ਵੇਲੇ ਐਲਜੀ ਨੂੰ ਪਾਵਰਾਂ ਦਿੱਤੀਆਂ, ਕਿਉਂਕਿ ਇੱਕ ਗੱਲ ਕਲੀਅਰ ਕਰਤੀ ਸੈਂਟਰ ਗਵਰਨਮੈਂਟ ਨੇ ਕਿ ਸਾਡੇ ਮੁਤਾਬਕ ਦਿੱਲੀ ਦੀ ਸਰਕਾਰ ਦਾ ਮਤਲਬ ਹੈ ਲੈਫਟੀਨੈਂਟ ਗਵਰਨਰ। ਦਿੱਲੀ ਦਾ ਉਹਦਾ ਮਤਲਬ ਚੁਣੇ ਹੋਏ ਨੁਮਾਇੰਦੇ ਨਹੀਂ ਹਨ। ਤਾਂ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ 'ਚ ਲੰਬਾ ਕੇਸ ਚੱਲਿਆ। ਕੇਸ ਚੱਲਣੇ ਬਾਅਦ ਸੁਪਰੀਮ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਕਾਂਸਟੀਟਿਊਸ਼ਨ ਬੈਂਚ ਨੇ ਕਿ ਜੀ ਨਹੀਂ, ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਹੈ ਉਹਨਾਂ ਨੂੰ ਅਧਿਕਾਰ ਹੈ ਅਧਿਕਾਰੀਆਂ ਦੀ ਟ੍ਰਾਂਸਫਰਾਂ ਕਰਨੀਆਂ, ਪੋਸਟਿੰਗਾਂ ਕਰਨੀਆਂ। ਉਹਨੂੰ ਨਫੀ ਕਰਨ ਵਾਸਤੇ ਆਰਡੀਨੈਂਸ ਲਿਆਂਦਾ ਗਿਆ। ਜਿਸ ਵੇਲੇ ਛੁੱਟੀਆਂ ਖਤਮ ਹੋਈਆਂ, ਆਰਡੀਨੈਂਸ ਦੇ ਅਗੇਂਸਟ ਦਿੱਲੀ ਸਰਕਾਰ ਜਿਹੜੀ ਹੈਗੀ ਚਲੀ ਗਈ ਸੁਪਰੀਮ ਕੋਰਟ ਦੇ ਵਿੱਚ, ਔਰ ਉਹਨੂੰ ਫਰਦਰ ਸਟਰੈਂਥਨ ਕਰਨ ਵਾਸਤੇ ਉਹ ਬਿੱਲ ਹੈ, ਬਿੱਲ ਦੋਨਾਂ ਸਦਨਾਂ 'ਚ ਪਾਸ ਕਰਵਾ ਲਿਆ, ਉਹ ਕਾਨੂੰਨ ਬਣ ਗਿਆ। ਇਹਦਾ ਮਤਲਬ ਇਹ ਹੈਗਾ ਕਿ ਪਰਮਾਨੈਂਟਲੀ ਤੁਸੀਂ ਇਹ ਗੱਲ ਜਿਹੜੀ ਹੈਗੀ ਕਰਤੀ ਹੈ ਕਿ ਅਸੀਂ, ਯਾਨੀ ਕਿ ਹੋਮ ਮਿਨਿਸਟਰ ਜਿਹੜਾ ਹੈਗਾ ਉਹ ਸਮਝ ਲਓ ਮੁਖੀ ਹੈ, ਉਹ ਸੁਪਰੀਮੋ ਹੈ ਜਿੱਥੇ ਤੱਕ ਕਿ ਦਿੱਲੀ ਦੀ ਐਡਮਿਨਿਸਟ੍ਰੇਸ਼ਨ ਦਾ ਸਵਾਲ ਹੈ, ਐਡਮਿਨਿਸਟ੍ਰੇਸ਼ਨ ਚਲਾਉਣ ਦਾ। ਹੁਣ ਉਹਦੇ ਵਿੱਚ ਦੋ ਚੀਜ਼ਾਂ ਹਨ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਇਹਦੇ ਨਾਲ ਦਿੱਲੀ ਦੀ ਚੁਣੀ ਹੋਈ ਸਰਕਾਰ ਜਿਹੜੀ ਹੈ ਉਹ ਪੰਗੂ ਹੋ ਜਾਂਦੀ ਹੈ, ਕਿਉਂਕਿ ਉਹਦੇ ਕੋਲ ਆਪਣੇ ਹੀ ਅਧਿਕਾਰੀ ਦੀ ਪੋਸਟਿੰਗ ਤੇ ਟ੍ਰਾਂਸਫਰ ਦਾ ਕੋਈ ਪਾਵਰਾਂ ਨਹੀਂ ਹਨ। ਯਾਨੀ ਦਿੱਲੀ ਦੀ ਸਰਕਾਰ ਹੋਮ ਮਿਨਿਸਟਰ ਕਿਹਨੂੰ, ਹੋਮ ਸੈਕਟਰੀ ਕਿਹਨੂੰ ਲਾਏਗੀ, ਫਾਈਨਾਂਸ ਸੈਕਟਰੀ ਕਿਹਨੂੰ ਲਾਏਗੀ, ਐਜੂਕੇਸ਼ਨ ਸੈਕਟਰੀ ਕਿਹਨੂੰ ਲਾਏਗੀ, ਇਹ ਡਿਸਾਈਡ ਕੌਣ ਕਰੇਗਾ? ਕੇਂਦਰ ਦੀ ਸਰਕਾਰ। ਔਰ ਉਹ ਆਪਣੀ ਮਨਮਰਜ਼ੀ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਇਹਨਾਂ ਦੇ ਹੱਥ 'ਚ ਸਾਡੀ ਪੋਸਟਿੰਗ ਹੈ, ਨਾ ਟ੍ਰਾਂਸਫਰ ਹੈ, ਨਾ ਕੁਛ ਇਹ ਸਾਡੇ ਪਰ ਐਕਸ਼ਨ ਲੈ ਸਕਦੇ ਆ। ਸਾਡੀਆਂ ਸਾਰੀਆਂ ਫਾਈਲਾਂ, ਹਰ ਚੀਜ਼ ਹੋਮ ਮਿਨਿਸਟਰੀ ਕੋਲ ਹੈ। ਇਸ ਕਰਕੇ ਉਹ ਮਨਮਰਜ਼ੀ ਕਰਨਗੇ, ਸਰਕਾਰ ਨੂੰ ਹੋਰ ਜ਼ਿਆਦਾ ਕੰਮ ਕਰਨ ਤੋਂ ਸਮਝ ਲਓ ਵਾਂਝੇ ਰੱਖਿਆ ਜਾਏਗਾ। ਔਰ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਕਿੰਨਾ ਮਰਜ਼ੀ ਰੌਲਾ ਪਾ ਲਵੇ, ਇੱਕ ਗੱਲ ਤਾਂ ਉਹਨਾਂ ਨੂੰ ਕਲੀਅਰਲੀ ਦਿਖਦੀ ਹੈ ਕਿ ਹੋਮ ਮਿਨਿਸਟਰੀ ਜਿਹੜੀ ਹੈਗੀ ਹੈ ਜਾਂ ਕੇਂਦਰ ਸਰਕਾਰ ਉਹਨਾਂ ਨੂੰ ਚੱਲਣ ਨਹੀਂ ਦੇ ਰਹੀ, ਔਰ ਸ਼ੁਰੂ ਤੋਂ ਹੀ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਉਹ ਕੀਤਾ ਜਾ ਰਿਹਾ ਹੈ ਕੰਮ, ਜਿਹਦੇ ਨਾਲ ਉਹ ਸਰਕਾਰ ਜਿਹੜੀ ਹੈਗੀ ਹੈ ਉਹ ਆਪਣਾ ਫੁੱਲ ਫਲੈਜਡ ਉਹ ਨਾ ਕਰ ਸਕੇ, ਕੰਮ ਨਾ ਕਰ ਸਕੇ। ਇਹਦੇ ਨਾਲ ਬੇਸ਼ੱਕ ਲੋਕਾਂ ਦੀ ਵੀ ਬੇਇੱਜ਼ਤੀ ਹੈ ਜਿਨ੍ਹਾਂ ਨੇ ਚੁਣਿਆ, ਔਰ ਸਰਕਾਰ ਵਾਸਤੇ ਵੀ ਵੱਡਾ ਚੈਲੰਜ ਹੈ ਕਿ ਉਹ ਲਿਮਟਿਡ ਦਾਇਰਾ ਜਿਹਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਉਹ ਬੈਸਟ ਕਿਵੇਂ ਪਰਫਾਰਮ ਕਰਨ।
ਜਿੱਥੇ ਤੱਕ ਸਵਾਲ ਹੈ ਭਗਵੰਤ ਮਾਨ ਦੇ ਟਵੀਟ ਦਾ ਕਿ 140 ਕਰੋੜ ਤੱਕ ਕੋਈ ਆ ਨਹੀਂ ਸਕਦੇ, ਤੁਸੀਂ ਇਹ ਦੇਖੋ ਨਾ ਵੀ ਪੋਲੀਟੀਕਲ ਪਾਰਟੀਆਂ ਸਾਰੀਆਂ ਇਕੱਠੀਆਂ ਨਹੀਂ ਹੋਈਆਂ ਇਹਦੇ ਹੱਕ ਦੇ ਵਿੱਚ। ਦੋ ਮੇਜਰ ਪੋਲੀਟੀਕਲ ਪਾਰਟੀਆਂ, ਬੇਸ਼ੱਕ ਜਿਹੜੀ ਇੰਡੀਆ ਗਠਬੰਧਨ ਹੈ ਉਹ ਇਕੱਠਾ ਰਿਹਾ, ਉਹਨਾਂ ਨੇ ਇਕੱਠੀ ਜਿਹੜੀ ਹੈਗੀ ਹੈ ਵੋਟਾਂ ਕੀਤੀਆਂ, 102 ਵੋਟਾਂ ਪਈਆਂ ਜਿਹੜੀਆਂ, ਲੇਕਿਨ ਦੋ ਮੇਜਰ ਪੋਲੀਟੀਕਲ ਪਾਰਟੀਆਂ ਬੀਜੂ ਜਨਤਾ ਦਲ ਤੇ YSR ਕਾਂਗਰਸ ਉਹ ਜਿਹੜੀ ਹੈਗੀ ਹੈ ਆਪਣੇ ਮੁਤਾਬਕ ਚੱਲੀ ਔਰ ਉਹਨੇ ਅਗੇਂਸਟ ਵੋਟ ਪਾਈ ਹੈ। ਇਸੇ ਕਰਕੇ ਇਹਦਾ ਮਤਲਬ ਹੈਗਾ ਕਿ ਆਪੋਜੀਸ਼ਨ ਦੀ ਯੂਨਿਟੀ ਤਾਂ ਕਿਤੇ ਨਾ ਕਿਤੇ ਨਜ਼ਰ ਆਈ, ਲੇਕਿਨ ਨਾਲ ਦੀ ਨਾਲ ਬੀਜੇਪੀ ਨੂੰ ਜਿਹੜਾ ਚੈਲੰਜ ਹੈ ਉਹ ਖੁਰਦਾ ਨਜ਼ਰ ਆਇਆ। ਔਰ ਉਹ ਖੁਰਦਾ ਇਸ ਕਰਕੇ ਨਜ਼ਰ ਆਇਆ ਕਿਉਂਕਿ ਸੈਂਟਰ ਗਵਰਨਮੈਂਟ ਕੋਲ ਬੜਾ ਕੁਝ ਹੁੰਦਾ ਹੈ ਸਟੇਟਾਂ ਨੂੰ ਦੇਣ ਲੈਣ ਵਾਸਤੇ, ਸੌਦੇਬਾਜ਼ੀ, ਨੈਗੋਸ਼ੀਏਸ਼ਨ, ਉਹ ਉਹਨਾਂ ਨੇ ਕੀਤੀ ਔਰ ਉਹਨਾਂ ਦੀਆਂ ਵੋਟਾਂ ਲੈਤੀਆਂ ਤੇ ਆਪਣਾ ਕਾਨੂੰਨ ਜਿਹੜਾ ਹੈਗਾ ਪਾਸ ਕਰਵਾ ਲਿਆ। ਹੁਣ ਕਿਆ ਇਹ ਕਾਨੂੰਨ ਚੈਲੰਜ ਹੋਏਗਾ? ਕਿਆ ਇਹ ਕਾਨੂੰਨ ਜਿਹੜਾ ਬਣਿਆ ਹੈ, ਕਿਉਂਕਿ ਜੁਡੀਸ਼ੀਅਲ ਰਿਵਿਊ ਦੀ ਪਾਵਰ ਫਿਰ ਸੁਪਰੀਮ ਕੋਰਟ ਕੋਲ ਹੈ। ਸੁਪਰੀਮ ਕੋਰਟ ਇਹ ਚੀਜ਼ ਦੇਖੂਗੀ ਕਿ ਸਾਡਾ ਬਣਾਇਆ ਹੋਇਆ ਕਾਨੂੰਨ, ਸਾਡਾ ਬਣਾਇਆ ਹੋਇਆ ਜਿਹੜਾ ਫੈਸਲਾ ਸੀਗਾ, ਉਹਨੂੰ ਪਲਟਣ ਵਾਸਤੇ ਸਾਰਾ ਕੁਝ ਕੀਤਾ ਗਿਆ ਜਿਹੜਾ ਕਿ ਸੰਘਾਤਮਕ ਢਾਂਚੇ ਦੇ ਅਗੇਂਸਟ ਹੈ। ਜੀ ਸੰਘੀ ਢਾਂਚਾ ਜਿਹੜਾ ਹੈਗਾ ਉਹ ਇਹ ਡਿਮਾਂਡ ਕਰਦਾ ਹੈ ਕਿ ਜਿਹੜੀਆਂ ਪਾਵਰਾਂ ਹੈਗੀਆਂ ਸਟੇਟ ਕੋਲ ਵੀ ਰਹਿਣੀਆਂ ਚਾਹੀਦੀਆਂ ਤਾਂ ਕਿ ਸਟੇਟ ਗਵਰਨਮੈਂਟ ਆਪਣਾ ਕੰਮ ਚਲਾ ਸਕੇ। ਤਾਂ ਇਹਦਾ ਜਿਹੜਾ ਹੈਗਾ ਇਹ ਲੀਗਲ ਓਪੀਨੀਅਨ ਲੈਤਾ ਜਾਏਗਾ ਕਿ ਵਾਕਈ ਇਹ ਬਸ ਹੁਣ ਖਤਮ ਹੋ ਗਿਆ ਮਾਮਲਾ ਜਾਂ ਇਹਨੂੰ ਵੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਏ। ਤਾਂ ਇਹ ਇਸ਼ੂ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਸੈਂਟਰ ਗਵਰਨਮੈਂਟ ਦੇ ਵਿੱਚ ਤੇ ਪੰਜਾਬ ਦੀ ਸੌਰੀ ਇਹਦੀ ਸਰਕਾਰ ਦੇ ਵਿੱਚ, ਦਿੱਲੀ ਦੀ ਸਰਕਾਰ ਦੇ ਵਿਚਾਲੇ। ਲੇਕਿਨ ਇਹ ਬਹੁਤ ਵੱਡਾ ਖਦਸ਼ਾ ਜਿਹੜਾ ਇਹ ਹੈ ਕਿ ਕੱਲ ਨੂੰ ਕਿਸੇ ਵੀ ਸਟੇਟ ਦੇ ਬਾਰੇ ਕੁਝ ਵੀ ਕਾਨੂੰਨ ਬਣਾ ਕੇ, ਕਿਉਂਕਿ ਸਾਡੇ ਕੋਲ ਮੈਜੋਰਿਟੀ ਹੈ ਤੇ ਕੁਝ ਵੀ ਕੀਤਾ ਜਾ ਸਕਦਾ ਹੈ, ਉਹ ਇੱਕ ਬਹੁਤ ਵੱਡਾ ਸਮਝ ਲਓ ਖਤਰਾ ਹੈਗਾ ਸਾਡੇ ਸੰਘੀ ਢਾਂਚੇ ਵਾਸਤੇ ਔਰ ਸਟੇਟਾਂ ਦੀਆਂ ਸਰਕਾਰਾਂ ਵਾਸਤੇ। ਇੱਕ ਹੋਰ ਬੜੀ ਇੰਪੋਰਟੈਂਟ ਗੱਲ ਜਿਹਦੇ ਵਿੱਚ ਹੋਈ, ਜੀ ਲੋਕਾਂ ਨੇ ਕਿਹਾ ਕਿ ਜਿਹੜਾ ਸੰਘੀ ਢਾਂਚਾ ਹੈਗਾ ਉਹ ਸਾਡਾ ਬੇਸਿਕ ਸਟਰਕਚਰ ਹੈ, ਸੰਵਿਧਾਨ ਦਾ ਮੂਲ ਸਟਰਕਚਰ ਹੈ ਜਿਹਦੇ ਉੱਪਰ ਸਾਰਾ ਸੰਵਿਧਾਨ ਖੜਾ ਹੈ। ਔਰ ਬੜੀ ਹੈਰਾਨੀ ਦੀ ਗੱਲ ਹੈ, ਉਹਦੇ ਵਿੱਚ ਇੱਕ ਵਿਅਕਤੀ ਹੈ ਮਿਸਟਰ ਗੋਗੋਈ, ਜਿਹੜਾ ਕਿ ਪਹਿਲਾਂ CJI ਚੀਫ ਜਸਟਿਸ ਆਫ ਇੰਡੀਆ ਰਿਹਾ, ਬਾਅਦ ਚ ਤੁਹਾਨੂੰ ਪਤਾ ਹੈ ਬਾਬਰੀ ਮਸਜਿਦ ਦੇ ਵਿੱਚ ਕੇਸ ਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਤੇ ਉਹਨੂੰ ਸੁਪਰੀਮ ਹਾਈ ਦੀ ਰਾਜ ਸਭਾ ਦੀ ਮੈਂਬਰਸ਼ਿਪ ਮਿਲੀ ਹੈ। ਉਹਨੇ ਇਹ ਗੱਲ ਕਹੀ ਕਿ ਜੀ ਜਿਹੜਾ ਮੂਲ ਢਾਂਚਾ ਹੈਗਾ ਸੰਵਿਧਾਨ ਦਾ, ਇਹ ਬੜੀ ਵਿਵਾਦਾਤਮਕ ਡਿਬੇਟੇਬਲ ਇਸ਼ੂ ਹੈਗਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫੈਡਰਲ ਸਟਰਕਚਰ ਹੀ ਮੂਲ ਢਾਂਚਾ, ਇਹਦਾ ਮਤਲਬ ਇਹ ਹੋਇਆ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਸ ਵੇਲੇ ਉੱਥੇ ਹੁੰਦੀਆਂ ਤਾਂ ਸਾਡਾ ਜਿਹੜਾ ਸੰਘੀ ਢਾਂਚਾ ਹੈ ਉਹਦੇ ਪਰ ਨੈਚੁਰਲੀ ਪ੍ਰਹਾਰ ਹੋਣ ਦਾ ਡਰ ਰਹਿੰਦਾ ਹੈ ਔਰ ਹੋਇਆ। ਹੁਣ ਇਹਦੇ ਵਿੱਚ ਜੀ ਦੋ ਤਿੰਨ ਚੀਜ਼ਾਂ ਸਾਹਮਣੇ ਆਈਆਂ। ਨੰਬਰ 1, ਦਿੱਲੀ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਆਪਣੇ ਲਿਮਟਿਡ ਦਾਇਰੇ 'ਚ ਹੀ ਕੰਮ ਕਰ ਸਕਦੀ ਹੈ, ਉਹਦੇ ਕੋਲ ਸਾਰੀਆਂ ਪਾਵਰਸ ਨਹੀਂ ਹੋਣਗੀਆਂ। ਅਸਲ ਬੌਸ ਜਿਹੜਾ ਹੈਗਾ ਉਹ ਹੋਮ ਮਿਨਿਸਟਰੀ ਹੋਏਗੀ ਜਾਂ ਲੈਫਟੀਨੈਂਟ ਗਵਰਨਰ ਹੋਏਗਾ। ਲੈਫਟੀਨੈਂਟ ਗਵਰਨਰ ਕਿਉਂਕਿ ਸੈਂਟਰ ਦਾ ਅਪਾਇੰਟਡ ਹੈ, ਆਪਣੀ ਮਰਜ਼ੀ ਨਾਲ ਨਹੀਂ ਕੰਮ ਕਰੇਗਾ ਬਲਕਿ ਉਹਨਾਂ ਦੇ ਕਹੇ ਤੇ ਕੰਮ ਕਰੇਗਾ। ਦੂਸਰੀ ਚੀਜ਼, ਆਪੋਜੀਸ਼ਨ ਨੂੰ ਆਪਣੀ ਯੂਨਿਟੀ ਨੂੰ ਮੇਨਟੇਨ ਕਰਨ ਵਾਸਤੇ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਕਿਸੇ ਵੀ ਵੇਲੇ ਇਹ ਖਿੰਡ ਪੁੰਡ ਸਕਦੀ ਹੈ ਕਿਸੇ ਵੀ ਇਸ਼ੂ ਦੇ ਉੱਪਰ ਔਰ ਕਈ ਇਸ਼ੂ ਅੱਗੇ ਵੀ ਸਾਹਮਣੇ ਆਉਣਗੇ। ਤਾਂ ਇਹ ਇੱਕ ਤਰ੍ਹਾਂ ਆਪੋਜੀਸ਼ਨ ਦੀ ਜਿੱਤ ਵੀ ਹੈ ਔਰ ਡਿਫੀਟ ਵੀ ਹੈ। ਜਿੱਤ ਇਸ ਕਰਕੇ ਹੈ ਕਿ ਇੰਡੀਆ ਗਠਬੰਧਨ ਇਕੱਠਾ ਰਿਹਾ, ਡਿਫੀਟ ਇਸ ਕਰਕੇ ਹੈ ਕਿ ਬੀਜੇਪੀ ਨੂੰ ਸਾਰੇ ਮਿਲ ਕੇ ਚੈਲੰਜ ਨਹੀਂ ਕਰ ਸਕਦੇ ਔਰ ਆਪਣਾ ਕਾਨੂੰਨ ਜਿਹੜਾ ਹੈਗਾ ਉਹ ਪਾਸ ਕਰਵਾ ਕੇ ਕਢਾ ਕੇ ਲੈ ਗਏ। ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਹਮਣੇ ਹੈ। ਇਹਦਾ ਮਤਲਬ ਇਹ ਹੈਗਾ ਕਿ 140 ਕਰੋੜ ਤੋਂ ਬਹੁਤ ਦੂਰ ਦੀ ਗੱਲ ਹੈ ਜਾਂ ਦੇਸ਼ ਨੂੰ ਸਲਾਮ ਜਾਂ ਦੇਸ਼ ਦਾ ਜਜ਼ਬਾ। ਲੋਕਾਂ ਨੇ ਇਹ ਵੀ ਸਵਾਲ ਰੇਜ਼ ਕੀਤਾ ਕੇਜਰੀਵਾਲ ਦੇ ਉੱਪਰ ਵੀ ਭਾਈ ਕੱਲ ਆਰਟੀਕਲ 370 ਜਦ ਖਤਮ ਕੀਤਾ ਸੀਗਾ ਉਸ ਵੇਲੇ ਤਾਂ ਤੁਸੀਂ ਵਧਾਈਆਂ ਦੇ ਰਹੇ ਸੀਗੇ, ਉਸ ਵੇਲੇ ਤਾਂ ਤੁਸੀਂ ਜਿਹੜਾ ਹੈਗਾ ਉਹਦੇ ਹੱਕ ਦੇ ਵਿੱਚ ਸੀਗੇ। ਤੁਸੀਂ ਕਿਸ ਤਰੀਕੇ ਦੇ ਨਾਲ ਡਬਲ ਸਟੈਂਡਰਡ ਕਰ ਸਕਦੇ ਹੋ? ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਡਬਲ ਸਟੈਂਡਰਡ ਸਾਹਮਣੇ ਆ ਰਿਹਾ ਹੈ। ਬੀਜੇਪੀ ਦਾ ਡਬਲ ਸਟੈਂਡਰਡ ਇਹ ਸਾਹਮਣੇ ਆ ਰਿਹਾ ਹੈ ਕਿ ਜਿਸ ਵੇਲੇ ਸਾਹਿਬ ਸਿੰਘ ਵਰਮਾ ਜਾਂ ਮਦਨ ਲਾਲ ਖੁਰਾਣਾ ਵਰਗੇ CM ਸੀਗੇ ਦਿੱਲੀ ਦੇ ਜਾਂ ਸੁਸ਼ਮਾ ਸਵਰਾਜ, ਉਸ ਵੇਲੇ ਇਹ LK ਅਡਵਾਨੀ, ਸੁਸ਼ਮਾ ਸਵਰਾਜ ਇਹ ਡਿਮਾਂਡ ਕਰਦੇ ਹੁੰਦੇ ਸੀਗੇ ਕਿ ਇਹਨੂੰ ਫੁੱਲ ਫਲੈਜਡ ਸਟੇਟ ਬਣਾਇਆ ਜਾਵੇ ਦਿੱਲੀ ਨੂੰ।
ਅੱਜ ਉਹ ਕਹਿੰਦੇ ਆ ਕਿ ਨਹੀਂ, ਦਿੱਲੀ ਨੂੰ ਜਿੰਨਾ ਜ਼ਿਆਦਾ ਪੰਗੂ ਕਰਕੇ ਰੱਖਿਆ ਜਾਵੇ ਉਨਾ ਠੀਕ ਹੈ। ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਜਿਹੜਾ ਰੰਗ ਗਿਰਗਟ ਵਾਂਗੂ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ, ਜਿਵੇਂ ਉਹਨਾਂ ਨੂੰ ਜਿੱਥੇ ਸੂਟ ਕਰਦਾ ਉਹ ਸਾਰੀਆਂ ਪੋਲੀਟੀਕਲ ਪਾਰਟੀ 'ਚ ਨਜ਼ਰ ਆ ਰਿਹਾ। ਜੀ, ਮੈਂ ਸਵਾਲ ਤੇ ਆਉਣਾ ਸੀ। ਸਵਾਲ ਇਹ ਚੁੱਕੇ ਕਿ ਕੀ ਹੁਣ ਜਿਹੜਾ ਅਰਵਿੰਦ ਕੇਜਰੀਵਾਲ ਉਹ ਅਸਤੀਫਾ ਦੇ ਕੇ ਲੋਕਾਂ ਦੇ ਵਿੱਚ ਜਾਣਗੇ ਕਿ ਪੂਰਨ ਰਾਜ ਜਿਹੜਾ ਆ ਦਿੱਲੀ ਨੂੰ ਉਹ ਮਿਲਣਾ ਚਾਹੀਦਾ ਉਹਦਾ ਅਧਿਕਾਰ, ਕੀ ਉਸ ਮੁੱਦੇ ਦੇ ਉੱਤੇ ਅਗਲੀ ਇਲੈਕਸ਼ਨ ਦੇ ਲਈ ਸਾਹਮਣੇ ਆਉਣਗੇ, ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿਣਗੇ ਜੀ ਸਾਡੇ ਨਾਲ ਧੱਕਾ ਹੋਇਆ, ਦਿੱਲੀ ਨੂੰ ਸੰਪੂਰਨ ਰਾਜ ਜਾਂ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਜਾਂ ਉਸ ਕਿਸਮ ਦੀਆਂ ਗੱਲਾਂ ਜਿਨ੍ਹਾਂ ਉੱਤੇ ਪਹਿਲਾਂ ਪਹਿਰਾ ਦਿੰਦੇ ਸੀ ਤੇ ਮੁੜ ਕੇ ਫਿਰ ਪਿਛਾਂਹ ਹੋ ਗਏ, ਕੀ ਉਸ ਉੱਤੇ ਅੱਗੇ ਗੱਲ ਤੋਰਨਗੇ? ਤੇ ਦੂਜਾ, ਕੀ ਹੁਣ ਆਮ ਆਦਮੀ ਪਾਰਟੀ ਨੂੰ ਉਹਨਾਂ ਜਿਹੜੇ ਸਵਾਲ ਉੱਠਦੇ ਰਹੇ ਨੇ ਕਿ A ਅਤੇ B ਟੀਮ ਹੈ, ਕੀ ਉਹਦੇ ਤੋਂ ਬਰੀ ਕੀਤਾ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਕੇਂਦਰ ਉਹਨਾਂ ਦੇ ਉੱਤੇ ਹਮਲਾਵਰ? देखो, जिथे तक का सवाल है कि क्या अरविंद केजरीवाल एज सीएम रिजाइन करेगा, वो चीज तो भुल जाओ। ਉਹਦੀ ਵਜ੍ਹਾ ਹੈਗੀ ਹੈ ਕਿ ਪਹਿਲਾਂ ਵੀ ਇੱਕ ਵਾਰ ਉਹ ਅਸਤੀਫਾ ਦੇ ਚੁੱਕੇ ਆ, ਉਸ ਤੋਂ ਬਾਅਦ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਸੀਗੀਆਂ ਕਿ ਜੀ ਸਾਨੂੰ ਭੁੱਲ ਬਖਸ਼ੋ, ਸਾਨੇ ਅਸਤੀਫਾ ਗਲਤੀ ਨਾਲ ਦੇ ਦਿੱਤਾ, ਅੱਗੇ ਨੂੰ ਅਸੀਂ ਅਸਤੀਫਾ ਨਹੀਂ ਦਿਆਂਗੇ, ਅਸੀਂ ਐਡਮਿਨਿਸਟ੍ਰੇਸ਼ਨ ਚਲਾਵਾਂਗੇ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਉਹ ਆਪਣੀਆਂ ਸਪੀਚਾਂ ਆਪਣੇ ਪ੍ਰੋਪੇਗੈਂਡੇ ਰਾਹੀਂ, ਐਡਵਰਟਾਈਜ਼ਮੈਂਟਸ ਰਾਹੀਂ ਜੋ ਵੀ ਕਰਨਗੇ ਉਹ ਪੱਕਾ ਕਰਨ ਦੀ ਕੋਸ਼ਿਸ਼ ਕਰਨਗੇ, ਇਹ ਲੋਕਾਂ ਨੂੰ ਦਰਸਾਉਣ ਵਾਸਤੇ ਕਿ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ, ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਔਰ ਉਹਦੇ ਵਿੱਚ ਜਿਹੜੇ ਦਿੱਲੀ ਦੇ ਲੋਕ ਹੈ ਉਹਨਾਂ ਨੂੰ ਨਾਲ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰਨਗੇ, ਖਾਸ ਤੌਰ ਪਰ 2024 ਦੇ ਇਲੈਕਸ਼ਨ ਵਾਸਤੇ ਜਿਹੜੀ ਤਿਆਰੀ ਹੋਏਗੀ ਉਹਦੇ ਵਿੱਚ। ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਉਹ ਅਸਤੀਫਾ ਜਿਹੜਾ ਹੈਗਾ ਕੇਜਰੀਵਾਲ ਜਾਂ ਉਹਨਾਂ ਦੀ ਪਾਰਟੀ ਜਾਂ ਉਹਨਾਂ ਦੀ ਸਰਕਾਰ ਦੇਗੀ। ਦੂਸਰਾ ਉਹਦੇ ਨਾਲ ਇਹ ਵੀ ਹੈਗਾ ਕਿ ਦੂਸਰਾ ਤੁਸੀਂ ਕੀ ਪੁੱਛਿਆ ਸੀਗਾ? ਇੱਕ ਤਾਂ ਮੈਂ ਇਹ ਪੁੱਛਿਆ ਸੀਗਾ ਕਿ ਪੂਰਨ ਰਾਜ ਦੇ ਦਰਜੇ ਤੇ ਕੋਈ ਲੜਾਈ ਲੜਨਗੇ ਜਾਂ ਕੁਝ ਇਹੋ ਜਿਹਾ ਐਲਾਨ ਕਰਨਗੇ। ਨਹੀਂ, ਉਹ ਦੇਖੋ ਇਦਾਂ ਹੈ ਵੀ ਉਹ ਤਾਂ ਹੁਣ ਕਾਨੂੰਨੀ ਲੜਾਈ ਹੈ, ਕਾਨੂੰਨੀ ਲੜਾਈ ਹੈ, ਕੋਰਟ ਦੇ ਵਿੱਚ ਜਾਣਗੇ ਮੋਸਟ ਪ੍ਰੋਬੇਬਲੀ, ਔਰ ਇਹ ਜਿਹੜਾ ਕਾਨੂੰਨ ਹੈ ਇਹਨੂੰ ਚੈਲੰਜ ਕਰਨਗੇ ਕੋਰਟ ਦੇ ਵਿੱਚ, ਕਿਉਂਕਿ ਪਹਿਲਾਂ ਵੀ ਇਹੀ ਚੀਜ਼ ਨੂੰ ਕੋਰਟ ਦੇ ਵਿੱਚ ਪਹਿਲਾਂ ਚੈਲੰਜ ਕਰ ਚੁੱਕੇ ਆ ਜੀ। ਤੇ ਦੂਜਾ ਮੈਂ ਇਹ ਨਾਲ ਪੁੱਛਿਆ ਸੀਗਾ ਕਿ ਕੀ ਉਹਨਾਂ ਦੋਸ਼ਾਂ ਤੋਂ ਬਰੀ ਕੀਤਾ ਜਾ ਸਕਦਾ ਹੈ ਜਿਹੜੇ ਸਵਾਲ ਲਗਾਤਾਰ ਉੱਠਦੇ ਨੇ ਕਿ A ਤੇ B ਟੀਮ ਬਣ ਕੇ ਕੰਮ ਕੀਤਾ ਜਾਂਦਾ? ਦੇਖੋ ਇਦਾਂ ਹੈ ਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਸ ਵੇਲੇ ਅੰਨਾ ਹਜ਼ਾਰੀ ਦੀ ਮੂਵਮੈਂਟ ਚੱਲੀ ਹੈ, ਜਿਹਦੇ ਵਿੱਚੋਂ ਕੇਜਰੀਵਾਲ ਨਿਕਲਿਆ, ਜਿਹਨੂੰ ਕਿ ਐਂਟੀ ਕਰਪਸ਼ਨ ਮੂਵਮੈਂਟ ਸੀਗੀ, ਉਸ ਮੂਵਮੈਂਟ ਨੂੰ ਟੋਟਲ ਹਵਾ ਜਿਹੜੀ ਸੀਗੀ ਉਸ ਵੇਲੇ ਬੀਜੇਪੀ ਨੇ ਦਿੱਤੀ ਸੀ, ਉਸ ਵੇਲੇ ਆਪੋਜੀਸ਼ਨ ਸੀਗੀ। ਉਹਨਾਂ ਨੇ ਉੱਥੇ ਜਿੰਨੀ ਵੀ ਨਫਰੀ ਜਾਂ ਜਿੰਨੇ ਵੀ ਲੋਕਾਂ ਦਾ ਇਕੱਠ ਹੁੰਦਾ ਸੀਗਾ ਉਹਦੇ ਵਿੱਚ ਕਾਫੀ ਜ਼ਿਆਦਾ ਰੋਲ ਆਰਐਸਐਸ ਬੀਜੇਪੀ ਦਾ ਲੱਗਦਾ ਕਿ ਥਾ। ਲੇਕਿਨ ਉਸ ਤੋਂ ਬਾਅਦ अन्ना हजारी चुप करके बैठ गया, ਅੱਜ ਤੱਕ ਉਹ ਕੁਝ ਨਹੀਂ ਬੋਲਿਆ, ਉਹਦਾ ਕੰਮ ਖਤਮ ਹੋ ਗਿਆ ਜਿਹੜਾ ਉਹਨੂੰ ਮੇਰਾ ਖਿਆਲ ਹੈ ਕਿਸੇ ਨੇ ਸੌਂਪਿਆ ਸੀਗਾ ਕਿ ਕੰਮ ਕਰਨਾ ਤੈਨੇ। ਲੇਕਿਨ ਉਹਦੇ ਵਿੱਚੋਂ ਕੇਜਰੀਵਾਲ ਬਾਹਰ ਆ ਕੇ ਹੁਣ ਕੇਜਰੀਵਾਲ ਪਰ ਇਹ ਇਲਜ਼ਾਮ ਅਕਸਰ ਲੱਗਦਾ ਰਿਹਾ ਕਿ ਆਰਐਸਐਸ ਦੀ ਜਾਂ ਬੀਜੇਪੀ ਦੀ ਪ੍ਰੋਡਕਟ ਹੈ, ਉਸ ਵੇਲੇ ਦੀ ਪ੍ਰੋਡਕਟ ਹੈ, ਕਿਉਂਕਿ ਉਸ ਵੇਲੇ ਉਹਨਾਂ ਨੇ ਮਦਦ ਕੀਤੀ ਸੀ। ਲੇਕਿਨ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਦੀ ਵੀ A ਜਾਂ B ਟੀਮ ਨਹੀਂ ਹੈ। हर पॉलिटिकल पार्टी अपने अस्तित्व की लड़ाई लड़ती है। आम आदमी पार्टी ने भी अपने अस्तित्व की लड़ाई लड़ रही है। दिल्ली पंजाब या 4-5 सीटां जिहड़ियां हैगियां गुजरात च तुसीं लैके उस तो बाद उन्हां नूं इह हैगा कि असीं अगे वधना है, क्योंकि असीं नैशनल पॉलिटिकल पार्टी बन चुके हैं। और जिहड़ी अपने बीजेपी है वो हमेशा ये चाहेगी कि इहनूं दब के रखिया जाए और इहनूं फैलन ना दिता जाए। हुण जिथे तक कांग्रेस की गल है, कांग्रेस की बहुत वड्डी विडंबना है। वो विडंबना जिहड़ी हैगी कांग्रेस की केंद्रीय लीडरशिप की है और कांग्रेस की पंजाब की स्टेट लीडरशिप की है। क्योंकि आपां नूं पता होना चाहिए कि केजरीवाल ने सत्ता हथियाई सी कांग्रेस कोलों, शीला दीक्षित कोलों, जिहदे खिलाफ उन्होंने इन्ने इल्जाम लाए सीगे। ਇਹ ਕਿਹਾ ਗਿਆ ਸੀਗਾ ਕਿ ਉਹਦੇ ਘਰੇ 10 ਏਸੀ ਲੱਗੇ ਹੋਏ ਆ, ਜੇ ਜਨਤਾ ਝੁੱਗੀਆਂ 'ਚ ਸੌਂਦੀ ਹੈ ਤਾਂ 10 ਕਿਵੇਂ ਉਹ ਕਰ ਸਕਦੇ ਆ। ਹੁਣ ਅੱਜ ਕੇਜਰੀਵਾਲ ਪਰ ਕਿੰਨੇ ਵੱਡੇ ਇਲਜ਼ਾਮ ਲੱਗ ਰਹੇ ਆ ਕਿ ਉਹਨੇ ਕਿੰਨੇ ਕਰੋੜ ਰੁਪਇਆ ਖਰਚ ਕੀਤਾ ਆਪਣੇ ਰੈਜ਼ੀਡੈਂਸ ਵਾਸਤੇ। ਕਹਿੰਦੇ ਸੀਗੇ ਕਿ ਅਸੀਂ ਤਾਂ ਉਹ ਜਿਹੜੀ ਹੈਗੀ ਹੈ ਵੈਗਨ ਆਰ ਤੋਂ ਬਾਅਦ ਉੱਪਰ ਉਤਰਨਾ ਹੀ ਨਹੀਂ, ਤੇ ਅੱਜ ਕਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਗੱਡੀਆਂ ਸਾਰਾ ਕੁਝ, ਉਹ ਤੋਂ ਤਾਂ ਇਦਾਂ ਲੱਗਦਾ ਹੈ ਕਿ ਇਹ ਸਾਰਾ ਡਫਾਂਗ ਹੈ। हर पोलिटिकल लीडर जिहड़ा हैगा अपने आप नूं चमकाउण वास्ते दूसरे नूं बिल्कुल, कोई कहंदा जी 70 साल च कुछ नहीं होया इंडिया दे विच,
ਕੋਈ ਕਹਿੰਦਾ ਜੀ ਉਹ ਫਲਾਨਾ ਲੁੱਟ ਕੇ ਖਾ ਗਿਆ, ਉਹ ਲੁੱਟ ਕੇ ਖਾ ਗਿਆ, ਲੇਕਿਨ ਕਦੇ ਵੀ ਤੁਸੀਂ ਦੇਖਿਆ ਕਿਸੇ ਵੱਡੇ ਲੀਡਰ ਨੂੰ ਕੋਈ ਸਜ਼ਾ ਹੋਈ ਹੋਵੇ ਇਸ ਮਾਮਲੇ 'ਚ? ਕੁਛ ਨਹੀਂ ਹੋਇਆ। ਜ਼ਿਆਦਾਤਰ ਸਿਰਫ ਇਲਜ਼ਾਮਬਾਜ਼ੀ ਹੁੰਦੀ ਹੈ ਲੋਕਾਂ ਨੂੰ ਭਰਮਾਉਣ ਵਾਸਤੇ। ਹੁਣ ਸਵਾਲ ਇਹ ਹੈਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜਾਂ ਜਿਹੜਾ ਕੇਜਰੀਵਾਲ ਹੈ, ਉਹ ਅੱਗੇ ਕੀ ਕਰੇਗਾ? ਕਿਆ ਉਹ ਇੱਕ ਲੜਾਈ ਲੜਨਗੇ? ਦੇਖੋ, ਲੜਾਈ ਲੜਨ ਜੋਗੇ ਤਾਂ ਉਹ ਹੈ ਨਹੀਂ। ਪੰਜਾਬ ਦੇ ਵਿੱਚ ਲੜਾਈ ਲੜ ਸਕਦੇ ਆ ਥੋੜਾ ਬਹੁਤ, ਉਹਦਾ ਪੰਜਾਬ ਦਾ ਇਸ਼ੂ ਹੈ ਕੋਈ ਨਹੀਂ। ਬਲਕਿ ਪੰਜਾਬ ਦਾ ਜਿਹੜਾ ਸੀਐਮ ਹੈ ਉਹਨੂੰ ਵੀ ਹੁਣ ਕੇਜਰੀਵਾਲ ਦੇ ਸਾਏ ਦੇ ਵਿੱਚੋਂ ਬਾਹਰ ਨਿਕਲ ਕੇ ਇੰਡੀਪੈਂਡੈਂਟਲੀ ਫੈਸਲੇ ਕਰਨੇ ਚਾਹੀਦੇ, ਜਿਹੜਾ ਉਹਨਾਂ ਪਰ ਇਲਜ਼ਾਮ ਲੱਗਦਾ ਹੈ ਕਿ ਜੀ ਤੁਸੀਂ ਉਹਨਾਂ ਦੇ ਅੰਡਰ ਕੰਮ ਕਰ ਰਹੇ ਹੋ। ਕਿਉਂਕਿ ਪੰਜਾਬ ਦਾ ਸੀਐਮ ਇੱਕ ਫੁੱਲ ਫਲੈਜਡ ਸਟੇਟ ਦਾ ਸੀਐਮ ਹੈ ਔਰ ਉਹਦੇ ਕੋਲ ਫੁੱਲ ਫਲੈਜਡ ਮੈਜੋਰਿਟੀ, ਔਰ ਉਹਦੇ ਮੁਤਾਬਕ ਉਹਨੂੰ ਪੰਜਾਬ ਦੇ ਲੋਕਾਂ ਨੂੰ ਸਾਹਮਣੇ ਰੱਖਦੇ ਫੈਸਲੇ ਕਰਨੇ ਚਾਹੀਦੇ ਹੈ। ਉਸ ਸ਼ੈਡੋ ਚੋਂ ਬਾਹਰ ਆਉਣਾ ਚਾਹੀਦਾ ਹੈ, ਜਿਹੜੀ ਸ਼ੈਡੋ ਦਾ ਇਲਜ਼ਾਮ ਲੱਗਦਾ ਹੈ ਕਿ ਕੇਜਰੀਵਾਲ ਉਹ ਕਰ ਰਿਹਾ। ਜੀ ਕੇਜਰੀਵਾਲ ਖੁਦ ਉਹਦੇ ਕੋਲ ਬਹੁਤ ਜ਼ਿਆਦਾ ਭੱਜਣ ਨੱਠਣ ਨੂੰ ਰਸਤਾ ਨਹੀਂ ਹੈ, ਕਿਉਂਕਿ ਉਹ ਦਿੱਲੀ ਦੇ ਵਿੱਚ ਹੀ ਆਪਣਾ ਜੋ ਜੌਹਰ ਦਿਖਾ ਸਕਦੇ ਹੈ, ਜੋ ਮੰਤਰੀ ਮਿਨਿਸਟਰੀਆਂ ਉਹਨਾਂ ਕੋਲ ਹੈਗੀਆਂ ਉਹਦੇ ਵਿੱਚ ਹੀ ਦਿਖਾ ਸਕਦੇ ਆ। ਅਗਰ ਕਹੋ ਕਿ ਕੇਜਰੀਵਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਇਨਫਲੂਐਂਸ ਕਰੇਗਾ ਜਾਂ ਕਿਸੇ ਦੀ ਏ ਜਾਂ ਬੀ ਟੀਮ ਬਣੂਗਾ, ਮੈਂ ਤੁਹਾਨੂੰ ਦੁਬਾਰਾ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਦੀ ਵਿਡੰਬਣਾ ਇੰਨੀ ਜ਼ਬਰਦਸਤ ਹੈ ਕਿ ਅਗਰ ਦੋਨੇ ਸੈਂਟਰ ਲੈਵਲ ਤੇ ਅਲਾਈਅੰਸ ਕਰਦੇ ਆ ਤਾਂ ਇੱਥੇ ਸਟੇਟ ਦੇ ਵਿੱਚ ਇਲੈਕਸ਼ਨ ਕਿਵੇਂ ਲੜਨਗੇ? ਯਾਨੀ ਕਾਂਗਰਸ ਦੇ ਲੀਡਰਾਂ ਨੂੰ ਸਟੇਟ ਦੇ ਵਿੱਚ ਆਪਣੇ ਆਪ ਨੂੰ ਆਪਣੀ ਸਥਿਤੀ ਐਕਸਪਲੇਨ ਕਰਨੀ ਔਖੀ ਹੋ ਜਾਏਗੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਇੱਕ ਪਾਰਟੀ ਨਾਲ ਕੇਂਦਰ ਦੇ ਵਿੱਚ ਸਮਝੌਤਾ ਕਰਕੇ ਇਲੈਕਸ਼ਨ ਲੜ ਰਹੇ ਹਾਂ 2024 ਦਾ, ਔਰ ਸਟੇਟ ਦੇ ਵਿੱਚ ਅਸੀਂ ਹੁਣ ਪੰਚਾਇਤਾਂ ਦੇ ਇਲੈਕਸ਼ਨ ਆ ਰਹੇ ਹਾਂ, ਹੋਰ ਆ ਰਹੇ ਹਾਂ। ਅੱਜ ਹੀ ਬਿਆਨ ਆਇਆ ਕਾਂਗਰਸ ਦੇ ਪ੍ਰੈਜ਼ੀਡੈਂਟ ਦਾ ਪੰਜਾਬ ਦੇ ਕਿ ਜੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ। ਅਗਰ ਉਹ 13 ਦੀਆਂ 13 ਸੀਟਾਂ ਜਿੱਤਣਗੇ ਇਹਦਾ ਮਤਲਬ ਹੈ ਕੋਈ ਗਠਬੰਧਨ ਨਹੀਂ ਹੋਏਗਾ। ਕਿਆ ਆਮ ਆਦਮੀ ਪਾਰਟੀ ਕੋਈ ਸੀਟ ਕਲੇਮ ਨਹੀਂ ਕਰੇਗੀ? ਅਗਰ ਗਠਬੰਧਨ ਹੁੰਦਾ ਵੀ ਹੈ ਜਾਂ ਸੀਟ ਐਡਜਸਟਮੈਂਟ ਹੁੰਦੀ ਹੈ, ਗਠਬੰਧਨ ਨਹੀਂ ਵੀ ਹੁੰਦਾ ਸੀਟ ਐਡਜਸਟਮੈਂਟ ਹੁੰਦੀ ਹੈ, ਫਿਰ ਵੀ ਸੀਟਾਂ ਦੇਣੀਆਂ ਪੈਣਗੀਆਂ। ਜਿਨ੍ਹਾਂ ਦੇ ਕੋਲ 92 ਐਮਐਲਏ ਹੈ ਉਹਨਾਂ ਨੂੰ ਤੁਸੀਂ ਇਗਨੋਰ ਕਰਕੇ 13 ਦੀਆਂ 13 ਸੀਟਾਂ ਦੇ ਉੱਪਰ ਬੰਦੇ ਨਹੀਂ ਖੜੇ ਕਰ ਸਕਦੇ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਦਿਨਾਂ 'ਚ ਡੈਫੀਨੇਟਲੀ ਸਾਹਮਣੇ ਆਉਣਗੀਆਂ। ਲੇਕਿਨ ਇੰਨਾ ਜ਼ਰੂਰ ਹੈਗਾ ਕਿ ਇੱਕ ਬਹੁਤ ਵੱਡਾ ਚੈਲੰਜ ਹੈ ਆਮ ਆਦਮੀ ਪਾਰਟੀ ਵਾਸਤੇ ਤੇ ਕੇਜਰੀਵਾਲ ਵਾਸਤੇ। ਕੱਲ ਦਾ ਜਿਹੜਾ ਕਾਨੂੰਨ ਪਾਸ ਹੋਇਆ ਉਹਨੂੰ ਲੈ ਕੇ ਹੁਣ ਕਿਆ ਉਹ ਇਸ ਕਾਨੂੰਨ ਨੂੰ ਕਾਨੂੰਨੀ ਚਾਰਾਜੋਈ ਦੇ ਵਿੱਚ ਲੈ ਕੇ ਜਾਣਗੇ ਜਾਂ ਜੋ ਸਥਿਤੀ ਬਣ ਗਈ ਹੈ ਉਹਨੂੰ ਐਕਸੈਪਟ ਕਰਕੇ ਅੱਗੇ ਤੁਰਨਗੇ? ਇਹ ਇੱਕ ਦੋ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਜੀ ਬਿਲਕੁਲ ਖਾਲਿਦ ਸਾਹਿਬ, ਇਹ ਦਿੱਲੀ ਜਿਹੜਾ ਰੇੜਕਾ ਸੀ ਕਿ ਇਹ ਬਰਕਰਾਰ ਹੈ, ਕਹਿ ਸਕਦੇ ਆ ਕਿ ਹੁਣ ਅੱਗੇ ਕੀ ਸਟੈਪ ਲੈਂਦੇ ਨੇ, ਜਾਂ ਕੀ ਇੱਥੇ ਤੱਕ ਹੀ ਕੇਂਦਰ ਰੁਕਿਆ ਰਹੇਗਾ ਤੇ ਲੈਫਟੀਨੈਂਟ ਗਵਰਨਰ ਰੁਕੇ ਰਹਿਣਗੇ, ਜਾਂ ਫਿਰ ਇਸ ਤੋਂ ਵੀ ਅੱਗੇ ਕੋਈ ਜਿਹੜੀਆਂ ਦਿੱਲੀ ਦੀ ਸਰਕਾਰ ਦੀਆਂ ਤਾਕਤਾਂ ਨੇ ਉਹਨਾਂ ਨੂੰ ਹਥਿਆਇਆ ਜਾਊਗਾ? ਹੁਣ ਗੱਲ ਹੈ ਕਿ ਪੰਜਾਬ ਦੇ ਮਸਲੇ 'ਚ ਕੀ ਹੈ, ਜਿਵੇਂ ਤੁਸੀਂ ਕਿਹਾ ਕਿ ਕੇਜਰੀਵਾਲ ਸਾਹਿਬ ਦੇ ਪਰਛਾਵੇਂ 'ਚੋਂ ਭਗਵੰਤ ਮਾਨ ਸਾਹਿਬ ਨੂੰ ਬਾਹਰ ਆਉਣਾ ਚਾਹੀਦਾ, ਪਰ ਉਹ ਪਰਛਾਵਾਂ ਜਿਹੜਾ ਉਹ ਨਹੀਂ ਸਾਥ ਛੱਡਦਾ ਇਹਨਾਂ ਦਾ। ਉਹ ਕੀ ਆ ਕਿ ਦਿੱਲੀ ਵਾਲੀ ਜਿਹੜੀ ਸ਼ਰਾਬ ਨੀਤੀ ਹੈ ਹਾਲੇ ਦੀ ਗੱਲ ਆ, ਉਹ ਉੱਥੇ ਹਾਲੇ ਵੀ ਉਵੇਂ ਹੀ ਚੱਲ ਰਹੀਆਂ ਜਾਂਚ ਪੜਤਾਲਾਂ। ਉਹ ਤਾਂ ਕਹਿੰਦੇ ਕੇਜਰੀਵਾਲ ਸਾਹਿਬ ਤੱਕ ਹੱਥ ਪਹੁੰਚਣਾ ਹੈ ਜਿਸ ਵੀ ਢੰਗ ਨਾਲ ਉਹਨਾਂ ਨੇ ਪਹੁੰਚਾਉਣਾ। ਲਗਾਤਾਰ ਇਹ ਮੰਗ ਵਿਰੋਧੀਆਂ ਦੀ ਰਹਿੰਦੀ ਹੈ। ਪ੍ਰਤਾਪ ਸਿੰਘ ਬਾਜਵਾ ਵੀ ਕਰ ਚੁੱਕੇ ਨੇ। ਹੁਣ ਤਾਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖਤੀ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦੀ ਨੀਤੀ ਇਨ ਬਿਨ ਜਿਹੜੀ ਦਿੱਲੀ ਵਾਲੀ ਲਾਗੂ ਕੀਤੀ ਇਹਨਾਂ ਨੇ, ਉਹਦੇ ਮਾਮਲੇ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਵਾ ਲਓ। ਤੇ ਜੇ ਇਹ ਸ਼ਿਕੰਜਾ ਇਧਰਲੇ ਪਾਸੇ ਨੂੰ ਕੱਸਿਆ ਜਾਂਦਾ ਇਹ ਪੰਜਾਬ ਦੀ ਸਥਿਤੀ ਕਿੱਦਾਂ ਦੀ ਹੋਣੀ ਹੈ? ਕਿਉਂਕਿ ਗਵਰਨਰ ਸਾਹਿਬ ਨਾਲ ਵੀ ਉਲਝੇ ਹੋਏ ਨੇ, ਉਧਰ ਸਿੱਧਾ ਸਿੱਧਾ ਕੰਫਲਿਕਟ ਜਿਹੜਾ ਅਮਿਤ ਸ਼ਾਹ ਹੋਰਾਂ ਦੇ ਨਾਲ ਹੋ ਜਾਣਾ। ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਗੁਜ਼ਰਨਗੇ ਮੁੱਖ ਮੰਤਰੀ ਭਗਵੰਤ ਮਾਨ? 2024 ਵੀ ਲੜਨਾ ਹੈ। ਦੇਖੋ, ਦੋ ਤਿੰਨ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਕਿ ਪੰਜਾਬ ਜਿਹੜਾ ਹੈਗਾ ਇੱਕ ਤਾਂ ਫਾਈਨੈਂਸ਼ੀਅਲ ਡੈਫਿਸਿਟ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ, ਜਿਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਬਹੁਤ ਜ਼ਿਆਦਾ ਪੈਸਾ ਨਹੀਂ ਹੈ ਡਿਵੈਲਪਮੈਂਟ ਵਾਸਤੇ। ਜਿਸ ਤਰੀਕੇ ਦੇ ਨਾਲ ਤੁਸੀਂ ਫ੍ਰੀ ਬਿਜਲੀ, ਫ੍ਰੀ ਦਿਸ, ਉਹ ਸਾਰਾ ਕੁਝ ਫ੍ਰੀ ਬੀਜ਼ ਹੈ, ਉਹਦਾ ਦੋ ਇੰਪੈਕਟ ਪੈਣੇ ਆ। ਜਾਂ ਤਾਂ ਤੁਸੀਂ ਕਰਜ਼ਾ ਵਧਾਓਗੇ, ਜੇ ਕਰਜ਼ਾ ਵਧਾਓਗੇ ਤਾਂ ਤੁਹਾਨੂੰ ਜਿਹੜਾ ਹੈਗਾ ਉਹਦੀ ਡੈਟ ਸਰਵਿਸਿੰਗ ਕਰਨੀ ਪੈਣੀ ਹੈ, ਯਾਨੀ ਵਿਆਜ ਉਹਨਾਂ ਵਧੇਗਾ। ਜੇ ਤੁਸੀਂ ਕਰਜ਼ਾ ਨਹੀਂ ਵਧਾਉਂਦੇ ਤਾਂ ਤੁਹਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਸੜਕਾਂ ਟੁੱਟ ਜਾਣਗੀਆਂ, ਬਣਨਗੀਆਂ ਨਹੀਂ, ਬ੍ਰਿਜ ਟੁੱਟ ਜਾਏਗਾ, ਬਣੇਗਾ ਨਹੀਂ, ਨਵੀਆਂ ਸੜਕਾਂ ਬਣਨਗੀਆਂ ਨਹੀਂ। ਹਾਂਜੀ, ਹੋਰ ਜਿਹੜੀਆਂ ਸੁਵਿਧਾਵਾਂ ਆਪਾਂ ਦੇ ਰਹੇ ਹਾਂ ਜਾਂ ਦੇਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ, ਉਹ ਨਹੀਂ ਦਿੱਤੀਆਂ ਜਾਣਗੀਆਂ।
ਦੂਸਰੀ ਚੀਜ਼ ਇਹ ਹੈਗੀ ਹੈ ਕਿ ਗਵਰਨਰ ਦਾ ਜਿਹੜਾ ਕੱਲ ਕਿਸੇ ਅਖਬਾਰ ਦੇ ਵਿੱਚ ਬਿਆਨ ਉਹ ਛਪਿਆ, ਇੰਟਰਵਿਊ ਛਪਿਆ ਹੈ, ਉਸ ਇੰਟਰਵਿਊ ਤੋਂ ਇਦਾਂ ਲੱਗਦਾ ਹੈ ਕਿ ਗਵਰਨਰ ਕੋਈ ਕਿਸੇ ਹੱਦ ਤੱਕ ਵੀ ਜਾ ਸਕਦਾ। ਜਿਸ ਤਰੀਕੇ ਦੇ ਨਾਲ ਉਹਨੇ ਕਿਹਾ ਹੈ ਕਿ ਮੈਂ ਕ੍ਰਿਮੀਨਲ ਕੇਸ ਵੀ ਦਾਇਰ ਕਰ ਸਕਦਾ ਭਗਵੰਤ ਮਾਨ ਦੇ ਉੱਪਰ, ਅਗਰ ਉਹਨਾਂ ਨੇ ਸਦਨ ਤੋਂ ਬਾਹਰ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਜਿਵੇਂ ਉਹ ਕਹਿੰਦਾ ਜੀ ਮੈਨੂੰ ਕੋਈ ਕਹਿੰਦਾ ਵਿਲ ਹੈ, ਕੋਈ ਕਹਿੰਦਾ ਵੀ ਇਹ ਲਵ ਲੈਟਰ ਲਿਖਦਾ ਹੈ ਵਗੈਰਾ ਵਗੈਰਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਇਹ ਚੀਜ਼ਾਂ ਅਗਰ ਹੁੰਦੀਆਂ ਔਰ ਗਵਰਨਰ ਸਰਕਾਰ ਨੂੰ ਨਾ ਚੱਲਣ ਦੇਵੇ, ਕਿਉਂਕਿ ਗਵਰਨਰ ਕੋਲ ਪਾਵਰ ਤਾਂ ਹੈ, ਬੇਸ਼ੱਕ ਗਵਰਨਰ ਨੂੰ ਔਨ ਦਾ ਏਡ ਐਂਡ ਐਡਵਾਈਸ ਕੰਮ ਕਰਨਾ ਚਾਹੀਦਾ ਕਾਉਂਸਲ ਆਫ ਮਿਨਿਸਟਰਸ ਦੇ ਸੰਵਿਧਾਨ ਦੇ ਮੁਤਾਬਕ, ਲੇਕਿਨ ਜਿਸ ਤਰੀਕੇ ਦੇ ਨਾਲ ਗਵਰਨਰਾਂ ਦਾ ਇਸਤੇਮਾਲ ਹੋ ਰਿਹਾ ਕੇਂਦਰ ਸਰਕਾਰ ਵੱਲੋਂ, ਖਾਸ ਤੌਰ ਪਰ ਜਿਹੜੀਆਂ ਨਾਨ ਬੀਜੇਪੀ ਸਰਕਾਰਾਂ ਹੈਗੀਆਂ ਉਹਨਾਂ ਦੇ ਅਗੇਂਸਟ, ਚਾਹੇ ਉਹ ਕਰਨ ਆਪਣੇ ਲੈ ਲਓ ਕੇਰਲਾ ਲੈ ਲਓ, ਤਾਮਿਲਨਾਡੂ ਲੈ ਲਓ, ਵੈਸਟ ਬੰਗਾਲ ਲੈ ਲਓ, ਮਹਾਰਾਸ਼ਟਰ ਲੈ ਲਓ, ਹੋਰ ਕਈ ਜਗ੍ਹਾ ਦੇ ਉੱਪਰ ਅਗਰ ਇਹ ਸਿਚੁਏਸ਼ਨ ਬਣਦੀ ਹੈ ਤਾਂ ਗਵਰਨਰ ਕਾਫੀ ਜ਼ਿਆਦਾ ਤੰਗ ਕਰ ਸਕਦਾ ਹੈ ਸਟੇਟ ਗਵਰਨਮੈਂਟ ਨੂੰ। ਹੁਣ ਹੀ ਦੇਖੋ ਤੁਸੀਂ ਕਿੰਨੇ ਬਿੱਲ ਸਟੇਟ ਗਵਰਨਮੈਂਟ ਨੇ ਪਾਸ ਕੀਤੇ ਹੈ, ਲੇਕਿਨ ਉਹਨਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੇ ਉੱਪਰ, ਹਾਲਾਂਕਿ ਕੋਈ ਗਿਣੇ ਮਿਥੇ ਸਮੇਂ ਦੇ ਵਿੱਚ ਕਾਰਵਾਈ ਕਰ ਦੇਣੀ ਚਾਹੀਦੀ ਹੈ। ਫਿਰ ਗਵਰਨਰ ਦਾ ਆਪ ਹੁਦਰਾ ਸਾਰੇ ਸਟੇਟ ਦੇ ਵਿੱਚ ਜਾਣਾ ਬਿਨਾਂ ਸਟੇਟ ਗਵਰਨਮੈਂਟ ਦੀ ਮਨਜ਼ੂਰੀ ਜਾਂ ਕੰਸਲਟੇਸ਼ਨ ਤੋਂ, ਕਦੇ ਗੁਰਦਾਸਪੁਰ ਕਦੇ ਕਿਤੇ, ਤਾਂ ਉਹ ਤੋਂ ਵੀ ਇਹ ਸਿੱਧ ਹੁੰਦਾ ਹੈ ਵੀ ਗਵਰਨਰ ਇਹਨਾਂ ਨੂੰ ਇੰਨਾ ਜ਼ਿਆਦਾ ਸੀਰੀਅਸ ਨਹੀਂ ਲੈਂਦਾ, ਇੰਪੋਰਟੈਂਸ ਨਹੀਂ ਦਿੰਦਾ, ਔਰ ਇਹਦੀ ਜਿਹੜਾ ਨੁਕਸਾਨ ਹੈ ਉਹ ਬਿਊਰੋਕ੍ਰੇਸੀ ਨੂੰ ਹੁੰਦਾ ਹੈ। ਫॉर एग्जांपल ਚੀਫ ਸੈਕਟਰੀ ਜਿਹੜਾ ਹੈਗਾ, ਇੱਕ ਪਾਸੇ ਗਵਰਨਰ ਨਾਲ ਜਾਣਾ ਹੈ ਉਹਨੇ, ਦੂਸਰੇ ਪਾਸੇ ਚੀਫ ਮਿਨਿਸਟਰ ਨੇ ਕੋਈ ਮੀਟਿੰਗ ਇੱਥੇ ਚੰਡੀਗੜ੍ਹ 'ਚ ਰੱਖ ਲਈ ਹੈ ਤਾਂ ਗਵਰਨਰ ਨਾਲ ਉੱਥੇ ਗੁਰਦਾਸਪੁਰ ਜਾਂ ਅੰਮ੍ਰਿਤਸਰ ਜਾਏਗਾ ਉਹ, ਜਾਂ ਇੱਥੇ ਰਹੇਗਾ, ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਰ ਵੀ ਕਈ ਦਿੱਕਤਾਂ ਜਿਹੜੀਆਂ ਹੈਗੀਆਂ ਉਹ ਆਉਣ ਦੀ ਸੰਭਾਵਨਾ ਹੈ। ਉਹਦੇ ਵਿੱਚ ਸਟੇਟ ਗਵਰਨਮੈਂਟ ਕੀ ਕਰੇਗੀ? ਸਟੇਟ ਗਵਰਨਮੈਂਟ ਇੱਕ ਪਾਸੇ ਆਪੋਜੀਸ਼ਨ ਲੱਗੀ ਹੋਈ ਹੈ, ਆਪੋਜੀਸ਼ਨ ਕਈ ਇਸ਼ੂਜ਼ ਦੇ ਉੱਪਰ ਗਵਰਨਰ ਦੇ ਨਾਲ ਖੜੀ ਨਜ਼ਰ ਆਉਂਦੀ ਹੈ, ਗਵਰਨਰ ਨੂੰ ਸਪੋਰਟ ਕਰਦੀ, ਬੀਜੇਪੀ ਖਾਸ ਤੌਰ ਤੇ, ਔਰ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਵੀ ਇਨਡਾਇਰੈਕਟਲੀ ਗਵਰਨਰ ਨੂੰ, ਕਿਉਂਕਿ ਤੁਹਾਡੇ ਵਿਰੋਧੀ ਦਾ ਵਿਰੋਧੀ ਜਿਹੜਾ ਹੈਗਾ ਦੋਸਤ ਹੁੰਦਾ ਹੈ। ਤਾਂ ਉਸ ਚੀਜ਼ ਨੂੰ ਅਗਰ ਆਪਾਂ ਦੇਖੀਏ, ਉਹਦੇ ਨਾਲ ਕੀ ਹੋਏਗਾ ਕਿ ਗਵਰਨਰ ਹੋਰ ਮਜ਼ਬੂਤ ਹੋਏਗਾ। ਗਵਰਨਰ ਕੱਲ ਨੂੰ ਕੇਂਦਰ ਨੂੰ ਇਹ ਵੀ ਕਹਿ ਸਕਦਾ ਕਿ ਦੇਖੋ ਜੀ ਸੰਵਿਧਾਨਕ ਢੰਗ ਦੇ ਨਾਲ ਸਰਕਾਰ ਨਹੀਂ ਚੱਲ ਰਹੀ, ਇਸ ਕਰਕੇ 356 ਆਰਟੀਕਲ ਲਾ ਦਿਓ ਜਾਂ ਕੋਈ ਹੋਰ ਤਕੜਾ ਐਕਸ਼ਨ ਕਰ ਦਿਓ, ਇਹ ਵੀ ਕਰ ਸਕਦਾ ਹੈ ਗਵਰਨਰ। ਔਰ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਇੱਕ ਤਰ੍ਹਾਂ ਜਿਹਨੂੰ ਕਹਿੰਦੇ ਆ ਖੂੰਜੇ ਦੇ ਵਿੱਚ ਕਾਰਨਰਡ ਹੋਈ ਨਜ਼ਰ ਆਉਂਦੀ ਹੈ। ਇਹਦੇ ਵਿੱਚ ਜਿਹੜਾ ਲੋਕ ਹੈ ਜਾਂ ਜਿਨ੍ਹਾਂ ਨੇ ਸਰਕਾਰ ਚੁਣੀ ਹੈ, ਉਹਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਸਰਕਾਰ ਯਾਰ ਜ਼ਿਆਦਾ ਕੰਮ ਤਾਂ ਕਰ ਨਹੀਂ ਰਹੀ, ਲੜਾਈ ਝਗੜੇ ਦੇ ਵਿੱਚ ਹੀ ਪੈ ਗਈ ਹੈ, ਇਹਨਾਂ ਨੂੰ ਚਾਹੀਦਾ ਸੀਗਾ ਇਹ ਕੰਮ ਕਰਨਾ, ਕਿਉਂਕਿ ਲੋਕਾਂ ਨੇ ਆਪਣੇ ਦੇਖਣਾ ਹੈ ਉਹਨਾਂ ਦੀ ਐਸਪੀਰੇਸ਼ਨ ਕੀ ਥੀ, ਐਕਸਪੈਕਟੇਸ਼ਨ ਉਹਨਾਂ ਦੀ ਕੀ ਸੀਗੀ, ਉਹਦੇ ਮੁਤਾਬਕ ਕੁਝ ਹੋਇਆ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਗਵਰਨਰ ਨਾਲ ਉਹਦੀ ਕੀ ਲੱਗਦੀ ਹੈ ਕੀ ਨਹੀਂ ਲੱਗਦੀ, ਉਹਨਾਂ ਨੇ ਤਾਂ ਦੇਖਣਾ ਸਾਡੇ ਕੰਮ ਹੋਏ ਹੈ ਕਿ ਨਹੀਂ ਹੋਏ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੈਲੰਜਸ ਹੈ ਜਿਹੜੀਆਂ ਕਿ ਸਟੇਟ ਗਵਰਨਮੈਂਟ ਦੇ ਸਾਹਮਣੇ ਜਾਂ ਭਗਵੰਤ ਮਾਨ ਸੀਐਮ ਸਾਹਿਬ ਦੇ ਸਾਹਮਣੇ ਹੈਗੀਆਂ, ਔਰ ਉਹਨੂੰ ਕਿਵੇਂ ਅੱਗੇ ਲਿਜਾਂਦੇ ਆ, ਕਿਵੇਂ ਨਜਿੱਠਦੇ ਆ। ਮੈਂ ਫੇਰ ਕਹਾਂਗਾ ਕਿ ਉਹਨਾਂ ਨੂੰ ਜਿਹੜਾ ਪਰਛਾਵਾਂ ਹੈ ਕੇਜਰੀਵਾਲ ਦਾ ਜਾਂ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਉਹ ਤੋਂ ਬਾਹਰ ਆ ਕੇ ਪੰਜਾਬ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਦੇ ਹਿੱਤਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ। ਔਰ ਜਿਹੜੇ ਕੁਝ ਲੋਕ ਉਹਨਾਂ ਨੇ ਮਗਰ ਲਾਏ ਹੋਏ ਆ, ਜਿਹੜੇ ਚਾਹੇ ਉਹ ਰਾਜ ਸਭਾ ਦੇ ਮੈਂਬਰ ਦੇ ਰੂਪ ਦੇ ਵਿੱਚ, ਚਾਹੇ ਉਹ ਕਮਿਸ਼ਨਾਂ ਦੇ ਚੇਅਰਮੈਨ ਦੇ ਰੂਪ ਦੇ ਵਿੱਚ, ਜਿਹੜੇ ਉਹਨਾਂ ਤੋਂ ਛੁਟਕਾਰਾ ਵੀ ਪਾਉਣਾ ਬਹੁਤ ਜ਼ਰੂਰੀ ਹੈ। ਜੀ, ਗੱਲ ਆਪਾਂ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ ਬੇਭਰੋਸਗੀ ਮਤਾ ਲਿਆਂਦਾ ਗਿਆ। ਸਰਕਾਰ ਜਿਹੜੀ ਆ ਸਭ ਹੁਣ ਤੱਕ ਤਾਂ ਬੋਲੇ ਨਹੀਂ ਮਨੀਪੁਰ ਵਾਲੇ ਮਸਲੇ ਦੇ ਉੱਤੇ, ਹੁਣ ਕਹਿੰਦੇ 10 ਤਰੀਕ ਨੂੰ ਉਹਨਾਂ ਨੇ ਆਪਣਾ ਜਿਹੜਾ ਬੇਭਰੋਸਗੀ ਮਤੇ ਦੇ ਉੱਤੇ ਭਾਸ਼ਣ ਦੇਣਾ, ਪਰ ਜਿਹੜੀਆਂ ਬਾਕੀ ਧਿਰਾਂ ਨੇ ਜਾਂ ਸੰਸਦ ਦੇ ਵਿੱਚ ਰਾਹੁਲ ਗਾਂਧੀ ਹੋਰੀ ਵੀ ਮੌਜੂਦ ਜਾਂ ਬਾਕੀ ਧਿਰਾਂ ਜਿਹੜੇ ਰਲ ਕੇ ਉਹ ਸਾਰੇ ਇੱਕ ਦੂਜੇ ਤੇ ਤੰਜ ਕੱਸ ਰਹੇ ਨੇ। ਬੀਜੇਪੀ ਵਾਲੇ ਇਹਨਾਂ ਦੀ ਖਿੱਦੋ ਫਰੋਲ ਰਹੇ ਨੇ ਕਿ ਤੁਸੀਂ ਜੀ ਕਿੰਨਾ ਲੋਕਾਂ ਦੇ ਨਾਲ ਰਲੇ ਹੋ ਜਿਹੜੇ ਇੰਡੀਆ ਗੱਠਜੋੜ ਦੇ ਵਿੱਚ ਬੈਠੇ ਨੇ। ਇਸ ਤਰੀਕੇ ਦੀਆਂ ਇਲਜ਼ਾਮ ਤਰਾਸ਼ੀਆਂ ਲੋਕ ਵੀ ਸੁਣ ਰਹੇ ਨੇ ਕਿ ਕਿਹੋ ਜਿਹੇ ਲੋਕ ਨੇ, ਕਿਹੋ ਜਿਹੇ ਲੋਕਾਂ ਨੂੰ ਅਸੀਂ ਚੁਣ ਕੇ ਭੇਜਿਆ, ਜਿਹੜੇ ਦੱਸ ਰਹੇ ਨੇ ਕਿ ਕਿੰਨਾਂ ਨੂੰ ਕਿੰਨੇ ਈਡੀ 'ਚ ਫਸਾਇਆ, ਕਿੰਨੇ ਸੀਬੀਆਈ 'ਚ ਫਸਾਇਆ ਤੇ ਕਿੰਨੇ ਮੁਕਤ ਕਰਾਇਆ।
ਇਹਦੇ ਬਾਰੇ ਵੀ ਸਾਰਾ ਕੁਝ ਦੱਸਿਆ ਜਾ ਰਿਹਾ ਹੈ। ਜਿੱਥੋਂ ਤੱਕ ਗੱਲ ਇਹ ਆ ਕਿ ਨੂੰਹ ਦੇ ਵਿੱਚ ਜਿਵੇਂ ਵਾਪਰਿਆ ਜੋ ਕੁਝ ਮਣੀਪੁਰ ਦੇ ਵਿੱਚ ਵਾਪਰਿਆ, ਇਹ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਗ ਉਸੇ ਢੰਗ ਨਾਲ ਬਲ ਰਹੀ ਹੈ ਦੋਹਾਂ ਬੰਨਿਆਂ ਦੇ ਵਿੱਚ। ਪਰ ਸਰਕਾਰ ਜਿਸ ਤਰੀਕੇ ਨਾਲ ਇਹ ਤੋਂ ਪਾਸਾ ਵੱਟਦੀ ਨਜ਼ਰ ਆਈ ਤੇ ਹੁਣ ਜਿਹੜੀ ਚਰਚਾ ਹੋ ਰਹੀ ਹੈ, ਉਮੀਦ ਕੀ ਕੀਤੀ ਭਰੋਸਗੀ ਮਤਾ ਠੀਕ ਹੈ, ਉਹ ਪਤਾ ਹੈ ਕਿ ਪਾਸ ਨਹੀਂ ਹੋਣਾ, ਪਰ ਜਦੋਂ ਚਰਚਾ ਹੁੰਦੀ ਹੈ ਤਾਂ ਬਹੁਤ ਤਰੀਕੇ ਦੇ ਸਵਾਲ ਖੜੇ ਹੁੰਦੇ ਨੇ ਕਿ ਹੁਣ ਤੱਕ 2-2.5 ਮਹੀਨੇ ਦੇ ਵਕਫੇ ਦੇ ਵਿੱਚ ਤੁਸੀਂ ਕੀ ਕੀਤਾ? ਸੁਪਰੀਮ ਕੋਰਟ ਨੇ ਤੁਹਾਨੂੰ ਜੋ ਸ਼ੀਸ਼ਾ ਦਿਖਾਇਆ, ਕੀ ਤੁਸੀਂ ਉਹਨਾਂ ਦੀ ਮੰਨੀ ਜਾਂ ਫਿਰ ਤੁਸੀਂ ਆਪਣੇ ਏਜੰਡੇ ਦੇ ਤਹਿਤ ਚੱਲ ਰਹੇ ਹੋ? ਦੇਖੋ, ਮਨੀਪੁਰ ਦੀ ਘਟਨਾ ਜਿਹੜੀ ਹੈਗੀ ਹੈ ਉਹ ਬਹੁਤ ਹੀ ਮੰਦਭਾਗੀ ਹੈ, ਤਾਂ ਆਪਾਂ ਸਾਰਿਆਂ ਨੂੰ ਪਤਾ ਹੈ। ਲੇਕਿਨ ਸੈਂਟਰ ਗਵਰਨਮੈਂਟ ਦਾ ਚੁੱਪ ਕਰਕੇ ਬੈਠਣਾ, ਖਾਸ ਤੌਰ ਪਰ ਪ੍ਰਧਾਨ ਮੰਤਰੀ ਦਾ ਇਹਦੇ ਬਾਰੇ ਨਾ ਬੋਲਣਾ, ਇਹ ਬਹੁਤ ਕੁਝ ਦਰਸਾਉਂਦਾ ਹੈ। ਵਜ੍ਹਾ ਹੈਗੀ ਹੈ ਕਿ ਪੂਰੇ ਨਾਰਥ ਈਸਟ ਦੇ ਵਿੱਚ ਜਿਹੜੇ 7 ਸਟੇਟਸ ਹੈ, ਮੇਘਾਲਿਆ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਅਰੁਣਾਚਲ, ਅਸਮ, ਇਹ ਸਾਰੇ ਜਿਹੜੇ ਸਟੇਟ ਹੈ, ਇਹਨਾਂ ਦੇ ਉੱਪਰ ਆਪਣੀ ਦਬਦਬਾ ਜਾਂ ਆਪਣੀ ਪੋਲੀਟੀਕਲ ਵਿਲ ਕਾਇਮ ਕਰਨ ਵਾਸਤੇ ਜਿਹੜੀ ਬੀਜੇਪੀ ਹੈ ਉਹਨੇ ਕਾਫੀ ਜ਼ਿਆਦਾ ਪॉलिसी डिसीजंस ਲੈਤੇ ਹੈ। ਉਹਦੇ ਵਿੱਚ ਡਿਵੀਜ਼ਨਸ ਵੀ ਹੈ, ਉਹਦੇ ਵਿੱਚ ਡਿਵੀਜ਼ਨ ਵੀ ਕੀਤੀ ਗਈ, 2 ਫਾੜ ਵੀ ਕੀਤੇ ਗਏ। ਉਹਦਾ परिणाम ਆਪਾਂ ਦੇਖਦੇ ਹਾਂ ਮਨੀਪੁਰ ਦੇ ਵਿੱਚ। ਮਨੀਪੁਰ ਦੇ ਵਿੱਚ ਜਿਹੜੀਆਂ ਟ੍ਰਾਈਬਸ ਹੈ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਣਾ ਔਰ ਹਿੰਦੂ ਵਰਸਸ ਕ੍ਰਿਸਚੀਅਨ ਜਿਹੜਾ ਹੈਗਾ ਉਹਦਾ ਮਸਲਾ ਉਠਾਉਣਾ ਜਾਂ ਉੱਠਣਾ, ਉਹ ਤੁਹਾਡੀਆਂ ਪਾਲਿਸੀਜ਼ ਦਾ ਹੀ ਨਤੀਜਾ ਹੈ। ਔਰ ਜਿਸ ਵੇਲੇ ਇਹ ਸਾਰਾ ਕੁਝ ਹੋਇਆ, ਜਦੋਂ ਵੀਡੀਓ ਸਾਹਮਣੇ ਆਈਆਂ ਜਿਹਦਾ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੈ, ਤਾਂ ਉਸ ਵੇਲੇ ਲੋਕਾਂ ਨੇ ਯਾਦ ਦਿਲਾਇਆ ਬੀਜੇਪੀ ਨੂੰ ਕਿ ਭਾਈ ਸਾਹਿਬ, ਨਿਰਭਇਆ ਕੇਸ ਦੇ ਵਿੱਚ ਤਾਂ ਤੁਸੀਂ ਕਹਿ ਰਹੇ ਸੀਗੇ ਕਿ ਅਸਤੀਫਾ ਦਿਵੋ ਕੇਂਦਰ ਸਰਕਾਰ ਨੂੰ, ਤੇ ਹੁਣ ਇੰਨਾ ਕੁਝ ਹੋ ਰਿਹਾ, ਹੁਣ ਤੁਸੀਂ ਕਿਉਂ ਨਾ ਅਸਤੀਫਾ ਦਿਓ ਵੀ। ਲੇਕਿਨ ਉਹਨਾਂ ਨੇ ਸੋਚਿਆ ਵੀ ਚੁੱਪ ਕਰ ਜਾਓ, ਦੜ ਵੱਟ ਲਓ, ਤੇ ਇਹਦੇ ਵਿੱਚ ਹੀ ਭਲਾਈ ਹੈ। ਇਸੇ ਕਰਕੇ ਆਪੋਜੀਸ਼ਨ ਨੇ ਇੰਨੇ ਕਹਿਣ ਦੇ ਬਾਵਜੂਦ ਬੇਭਰੋਸਗੀ ਦਾ ਮਤਾ ਲਿਆਂਦਾ ਪਿਆ। ਜਿਸ ਵੇਲੇ ਬੇਭਰੋਸਗੀ ਦਾ ਮਤਾ ਐਡਮਿਟ ਹੋ ਜਾਂਦਾ ਹੈ, ਤਾਂ ਫਿਰ ਆਪੋਜੀਸ਼ਨ ਕੋਲ ਇੱਕ ਹਥਿਆਰ ਆ ਜਾਂਦਾ ਹੈ ਆਪਣੀ ਗੱਲ ਕਹਿਣ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਔਰ ਫਿਰ ਉਹ ਮਜਬੂਰ ਕਰ ਸਕਦੇ हैं ਰੂਲਿੰਗ ਪਾਰਟੀ ਨੂੰ ਜਵਾਬ ਦੇਣ ਵਾਸਤੇ। ਉਹ ਜਵਾਬ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਨੂੰ, ਬੀਇੰਗ ਦਾ ਲੀਡਰ ਆਫ ਦਾ ਹਾਊਸ, ਉਹਨੂੰ ਦੇਣਾ ਪੈਣਾ। ਇਸ ਕਰਕੇ ਹੀ ਇਹਨਾਂ ਨੇ ਸਾਰਿਆਂ ਨੇ ਬੇਭਰੋਸਗੀ ਦਾ ਮਤਾ ਲਿਆਂਦਾ ਹੈ। ਉਹਦੇ ਵਿੱਚੋਂ ਸਾਰੇ ਇਸ਼ੂ ਸਾਹਮਣੇ ਆਉਣਗੇ ਜਿਹੜੇ ਕਿ ਬੇਭਰੋਸਗੀ ਦਾ ਮਤੇ ਦੇ ਵਿੱਚ ਇਹ ਨਹੀਂ ਹੁੰਦਾ ਕਿ ਕੇਵਲ ਇੱਕੋ ਇਸ਼ੂ ਡਿਸਕਸ ਹੁੰਦਾ, ਫਿਰ ਤਾਂ ਸਾਰੀ ਸਰਕਾਰ ਦੀ ਸਾਰੀ ਕਾਰਕਰਦਗੀ ਡਿਸਕਸ ਹੋਣੀ। ਬੇਸ਼ੱਕ ਡਿਸੀਜਨ ਜਿਹੜਾ ਹੋਣਾ, ਫੈਸਲਾ ਜਿਹੜਾ ਹੋਣਾ, ਉਹ ਸਾਨੂੰ ਸਭ ਨੂੰ ਪਤਾ ਹੈ ਕਿਉਂਕਿ ਉੱਥੇ ਮੈਜੋਰਿਟੀ ਉਹਨਾਂ ਦੇ ਕੋਲ ਹੈਗੀ ਹੈ। ਲੇਕਿਨ ਲੋਕਾਂ ਦੇ ਸਾਹਮਣੇ, ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਸਾਰੇ ਭਾਸ਼ਣ, ਉਹ ਸਾਰੇ ਇਸ਼ੂਜ਼ ਜਿਹੜੇ ਆਪੋਜੀਸ਼ਨ ਉਠਾਏਗੀ, ਉਹ ਲੋਕਾਂ ਦੇ ਸਾਹਮਣੇ ਆਉਣਗੇ ਔਰ ਉਹਦਾ ਫਾਇਦਾ ਜਿਹੜਾ ਹੈਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਚੱਕਣ ਦੀ ਕੋਸ਼ਿਸ਼ ਕੀਤੀ ਜਾਏਗੀ ਆਪੋਜੀਸ਼ਨ ਵੱਲੋਂ। ਇਸ ਕਰਕੇ ਬੇਭਰੋਸਗੀ ਦਾ ਮਤਾ ਇੱਕ ਤਰ੍ਹਾਂ ਇੱਕ ਪਲੇਟਫਾਰਮ ਕ੍ਰੀਏਟ ਕਰਦਾ ਹੈ ਜਿਹਦੇ ਵਿੱਚ ਲੋਕ ਸੈਂਟਰਿਕ ਜਿਹੜੇ ਹੈਗੇ ਆ, ਪੀਪਲ ਸੈਂਟਰਿਕ ਮੁੱਦੇ ਜਿਹੜੇ ਹੈਗੇ ਆ, ਉਹ ਸਾਰੇ ਆਪੋਜੀਸ਼ਨ ਵੱਲੋਂ ਡਿਸਕਸ ਹੁੰਦੇ ਆ ਔਰ ਸਰਕਾਰ ਨੂੰ ਉਹਦਾ ਜਵਾਬ ਦੇਣਾ ਪੈਂਦਾ, ਔਰ ਹੁਣ ਇਹ 'ਚ ਵੀ ਦੇਣਾ ਪਏਗਾ। ਬੇਸ਼ੱਕ ਬੇਭਰੋਸਗੀ ਦਾ ਮਤਾ ਜਿਹੜਾ ਹੈਗਾ ਉਹ ਰੱਦ ਹੋਏਗਾ, ਵੋਟਾਂ ਜੇ ਅਗਰ ਪੈਣਗੀਆਂ ਤਾਂ। ਜੀ, ਜਿਸ ਤਰੀਕੇ ਨਾਲ ਸੰਸਦ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੀ ਵਾਪਸੀ ਹੋਈ ਹੈ, ਉਹਨੂੰ ਕਿਸ ਤਰੀਕੇ, ਮਤਲਬ ਕਿਵੇਂ ਦੇਖਿਆ ਜਾਏ ਕਿ ਉਹ ਮੋਦੀ ਵਰਸਸ ਰਾਹੁਲ ਇੱਕ ਵਾਰ ਫਿਰ ਤੋਂ ਬਣਾ ਦਿੱਤਾ ਗਿਆ ਤੇ ਉਹਨੂੰ ਇੱਕ ਬਹੁਤ ਵੱਡਾ ਕਰਕੇ ਮੰਨਿਆ ਜਾ ਰਿਹਾ ਇੱਕ ਸੈਕਟਰ ਦੇ ਵਿੱਚ ਕਿ ਸ਼ਾਇਦ ਰਾਹੁਲ ਗਾਂਧੀ ਦੇ ਆਉਣ ਨਾਲ ਪਤਾ ਨਹੀਂ ਕਿਸ ਤਰੀਕੇ ਦੀ ਸਿਆਸੀ ਤਬਦੀਲੀ ਆਏਗੀ? ਦੇਖੋ, ਬਹੁਤ ਜ਼ਿਆਦਾ ਤਬਦੀਲੀ ਤਾਂ ਮੈਂ ਐਕਸਪੈਕਟ ਨਹੀਂ ਕਰਦਾ। ਵਜ੍ਹਾ ਇਹ ਹੈਗੀ ਹੈ ਕਿ ਰਾਹੁਲ ਵਰਸਸ ਯਾਨੀ ਕਾਂਗਰਸ ਪਾਰਟੀ ਨੇ ਇੱਕ ਗੱਲ ਕਲੀਅਰਲੀ ਕਰਤੀ ਹੈ ਇੰਡੀਆ ਗਠਬੰਧਨ ਦੇ ਵਿੱਚ ਕਿ ਭਾਈ ਅਸੀਂ ਸੀਐਮ ਜਾਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਦਾਅਵੇਦਾਰ ਨਹੀਂ ਹਾਂ। ਜਿਹਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦੀ ਯੂਨਿਟੀ ਹੈ ਉਹ ਇਲੈਕਸ਼ਨ ਇਕੱਠਾ ਲੜਨਗੀਆਂ, ਫਿਰ ਉਸ ਤੋਂ ਬਾਅਦ ਗਿਣਤੀ ਪਰ ਡਿਪੈਂਡ ਕਰਦਾ ਹੈ ਕਿ ਕਿਹਦੇ ਕੋਲ ਕਿੰਨੀ ਗਿਣਤੀ ਹੈਗੀ ਹੈ, ਉਹਦੇ ਮੁਤਾਬਕ ਫੈਸਲਾ ਹੋਏਗਾ। ਇਹ ਨਹੀਂ ਹੈ ਕਿ ਕਾਂਗਰਸ ਪਹਿਲਾਂ ਇਹ ਕਹਿ ਕੇ ਚੱਲੇ ਜੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਸਾਡਾ ਹੋਏਗਾ, ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ। ਇਸ ਕਰਕੇ ਰਾਹੁਲ ਜਿਹੜਾ ਹੈਗਾ ਉਹਨੂੰ ਕਾਂਗਰਸ ਨਹੀਂ ਚਾਹੇਗੀ ਕਿ ਉਹਦੇ ਮੋਦੀ ਦੇ ਅਗੇਂਸਟ ਉਹਨੂੰ ਇੱਕ ਵਿਕਲਪ ਦੇ ਰੂਪ ਦੇ ਵਿੱਚ ਖੜਾ ਕੀਤਾ ਜਾਵੇ।
ਵਿਕਲਪ ਦੇ ਰੂਪ ਦੇ ਵਿੱਚ ਇੰਡੀਆ ਗਠਬੰਧਨ ਨੂੰ ਖੜਾ ਕੀਤਾ ਜਾਏਗਾ ਮੋਦੀ ਦੇ, ਕਿਉਂਕਿ ਇੰਡੀਆ ਗਠਬੰਧਨ ਦਾ ਨਾਂ ਤੋਂ ਹੀ ਬੀਜੇਪੀ ਜਾਂ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਉਹ ਕਾਫੀ ਸਤਰਕ ਹੋਏ ਹੋਏ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਦਾ 2 ਵਾਰ ਬਿਆਨ ਆ ਚੁੱਕਿਆ ਹੈ ਇੰਡੀਆ ਗਠਬੰਧਨ ਨਾਂ ਦੇ ਅਗੇਂਸਟ, ਸਮਝ ਲਓ ਗਠਮੰਡੀਆ ਕਿਹਾ ਗਿਆ ਜਾਂ ਕੁਝ ਕਿਹਾ ਗਿਆ। ਇਹਦਾ ਮਤਲਬ ਹੈ ਕਿ ਸੋਚਦੇ ਤਾਂ ਹੈਗੇ ਇਸ ਚੀਜ਼ ਨੂੰ। ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇੰਡੀਅਨ ਮੁਜ਼ਾਹਿਦੀਨ ਹੈ ਜਾਂ ਉਹ ਜਿਹੜਾ ਇੱਕ ਹੋਰ ਹਾਂ ਪੀਪਲਸ ਇੰਡੀਆ ਆਪਣੇ ਜਿਹੜੀ ਸੀਗੀ ਅੰਗਰੇਜ਼ੀ ਕੰਪਨੀ ਸੀਗੀ, ਈਸਟ ਇੰਡੀਆ ਕੰਪਨੀ ਵੀ ਸੀਗੀ ਵਗੈਰਾ ਵਗੈਰਾ, ਉਹ ਕਿਹਾ ਗਿਆ। ਇਹਦਾ ਮਤਲਬ ਹੈਗਾ ਜਦ ਤੁਸੀਂ ਰਿਐਕਟ ਕਰਦੇ ਹੋ ਇਹਦਾ ਮਤਲਬ ਤੁਸੀਂ ਇਹਦੇ ਬਾਰੇ ਸੋਚ ਰਹੇ ਹੋ। ਇਹਦਾ ਮਤਲਬ ਹੈ ਤੁਹਾਨੂੰ ਕਿਤੇ ਨਾ ਕਿਤੇ ਲੱਗਿਆ ਕਿ ਇੱਕ ਚੈਲੰਜ ਹੋ ਗਿਆ, ਇਸ ਕਰਕੇ ਤੁਸੀਂ ਉਹਨੂੰ ਕਾਊਂਟਰ ਕਰ ਰਹੇ ਹੋ। ਤਾਂ ਪ੍ਰਾਈਮ ਮਿਨਿਸਟਰ ਨੇ 2 ਵਾਰ ਕਾਊਂਟਰ ਕੀਤਾ ਇਸ ਚੀਜ਼ ਨੂੰ। ਅਦਰਵਾਈਜ਼ ਅਗਰ ਕੋਈ ਬਹੁਤ ਵੱਡੀ ਘਟਨਾ ਨਾ ਹੁੰਦੀ ਤਾਂ ਪ੍ਰਾਈਮ ਮਿਨਿਸਟਰ ਉਹਦੇ ਉੱਪਰ ਐਕਟ ਵੀ ਨਾ ਕਰਦੇ, ਰਿਐਕਟ ਵੀ ਨਾ ਕਰਦਾ, ਕੁਝ ਵੀ ਨਾ ਕਰਦਾ। ਤਾਂ ਆਪੋਜੀਸ਼ਨ ਦੀ ਯੂਨਿਟੀ ਜਿਹੜੀ ਹੈਗੀ ਹੈ ਉਹ ਉਹਦੇ ਵਾਸਤੇ ਕਈ ਚੈਲੰਜਸ ਹੈ। ਉਹਨਾਂ ਵਿੱਚ ਇੱਕ ਚੈਲੰਜ ਇਹ ਹੈਗਾ ਕਿ ਰੂਲਿੰਗ ਪਾਰਟੀ ਕਹੇਗੀ ਕਿ ਸਾਡੇ ਕੋਲ ਤਾਂ ਪ੍ਰਾਈਮ ਮਿਨਿਸਟਰ ਹੈਗਾ ਮੋਦੀ ਦੇ ਰੂਪ ਦੇ ਵਿੱਚ, ਤੁਹਾਡੇ ਕੋਲ ਕੌਣ ਹੈ? ਇਹ ਤੁਸੀਂ ਪਹਿਲਾਂ ਵੀ ਕਿਹਾ ਜਾਂਦਾ ਜਿਵੇਂ ਕਿ ਇਹ ਕਿ ਭਾਨੂਮਤੀ ਦਾ ਕੁੰਬਾ ਜੋੜ ਲਿਆ ਜਾਂ ਹੋਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ, ਲੇਕਿਨ ਆਪੋਜੀਸ਼ਨ ਜਿਹੜੀ ਹੈਗੀ ਆ ਬੜੀ ਫਰਜਾਈਲ ਹੈ, ਬੜੀ ਕਮਜ਼ੋਰ ਹੈ। ਮੈਂ ਤੁਹਾਨੂੰ ਦੱਸਾਂ ਕਿਸੇ ਵੀ ਇਸ਼ੂ ਦੇ ਉੱਪਰ ਖਿੰਡ ਪੁੰਡ ਸਕਦੀ ਹੈ। ਆਪੋਜੀਸ਼ਨ ਵਾਸਤੇ ਸਭ ਤੋਂ ਵੱਡੀ ਚੈਲੰਜ 2024 ਤੱਕ ਇਹ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਯੂਨਾਈਟ ਕੀਤਾ ਜਾਵੇ, ਕਿਉਂਕਿ ਰੀਜਨਲ ਪੋਲੀਟੀਕਲ ਪਾਰਟੀਆਂ ਔਰ ਕਾਂਗਰਸ ਜਿਸ ਵੇਲੇ ਸੀਟਾਂ ਦਾ ਬਟਵਾਰਾ ਹੋਏਗਾ ਉਸ ਵੇਲੇ ਕਾਫੀ ਪ੍ਰੋਬਲਮਸ ਆ ਸਕਦੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਦੀਆਂ, ਕਾਂਗਰਸ ਦੀਆਂ। ਜੀ ਖਾਲਿਦ ਸਾਹਿਬ, ਜਿਹੜੀ ਮਣੀਪੁਰ ਦੀ ਜੋ ਵਾਇਲੈਂਸ ਹੈ ਤੇ ਨੂੰਹ ਦੀ ਘਟਨਾ ਵਾ, ਇਹਨਾਂ ਨੂੰ ਕੀ ਪੈਰਲਲ ਦੇਖਿਆ ਜਾ ਸਕਦਾ ਹੈ ਜਾਂ ਫਿਰ ਮਤਲਬ ਕਿ ਇੱਕ ਮੌਕਾ ਮੇਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਸਾਰਾ ਝੁਕਾਅ ਜਿਹੜਾ ਉਹ ਇਸ ਪਾਸੇ ਵੱਲ ਨੂੰ ਹੋ ਜਾਏ? ਤੇ ਦੂਜਾ ਉਹਦੇ ਵਿੱਚ ਜਿਵੇਂ ਮਾਨਯੋਗ ਹਾਈ ਕੋਰਟ ਨੇ ਸੂਮੋਟੋ ਨੋਟਿਸ ਲਿਆ, ਸੈਂਕੜੇ ਇਮਾਰਤਾਂ ਤੇ ਬੁਲਡੋਜ਼ਰ ਚੱਲ ਗਿਆ, ਇਸ ਮਤਲਬ ਸੂਮੋਟੋ ਨੋਟਿਸ ਨੂੰ ਕੀ ਇਹ ਸਮਝ ਲਿਆ ਜਾਵੇ ਦੇਰ ਆਏ ਦਰੁਸਤ ਆਏ ਸਮਝ ਲਿਆ ਜਾਵੇ ਜਾਂ ਬਹੁਤ ਦੇਰ ਕਰ ਦਿੱਤੀ ਗਈ? ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਵੀ ਤਾਂ ਭਰੋਸਾ ਉੱਠਦਾ ਹੈ ਨਾ ਕਿ ਸਾਡੇ ਨਾਲ ਮਾਰ ਪੈ ਰਹੀ ਹੈ, ਸਾਨੂੰ ਉਜਾੜ ਦਿੱਤਾ ਗਿਆ, ਤੇ ਉਦੋਂ ਤੱਕ ਕੋਈ ਨਹੀਂ ਬੋਲਿਆ। ਜਦੋਂ ਸਭ ਕੁਝ ਉਜੜ ਗਿਆ, ਮਾੜਾ ਮੋਟਾ ਕੋਈ ਰਹਿ ਗਿਆ, ਤੇ ਉਸ ਤੋਂ ਬਾਅਦ ਫਿਰ ਇਹਦੇ ਉੱਤੇ ਨੋਟਿਸ ਲਿਆ ਜਾਂਦਾ ਹੈ। ਦੇਖੋ ਇਦਾਂ ਹੈ ਕਿ ਨੂੰਹ ਦੀ ਘਟਨਾ ਜਿਹੜੀ ਹੈਗੀ ਹੈ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ, ਕਿਉਂਕਿ ਇਹ ਜਿਹੜੀ ਆਪਣੇ ਯਾਤਰਾ ਹੈ, ਜਲ ਅਭਿਸ਼ੇਕ ਯਾਤਰਾ, ਇਹ ਕੁਝ ਸਾਲਾਂ ਤੋਂ ਹੀ ਸ਼ੁਰੂ ਹੋਈ ਹੈ। ਉਹਨੂੰ ਉਸ ਤੋਂ ਬਾਅਦ ਇੱਕ ਵੈਪਨ ਦੇ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ, ਪਿਛਲੇ ਸਾਲ ਵੀ, ਐਤਕੀ ਵੀ। ਔਰ ਉਹਦੇ ਵਿੱਚ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਬੀਜੇਪੀ ਦੇ ਕੈਡਰ ਜਾਂ ਜਿਹੜਾ ਹੈਗਾ ਗौ ਰੱਖਿਆ ਕਰਨ ਵਾਲੇ ਜਿਹੜੇ ਹੈਗੇ ਆ ਗੁੱਟ, ਉਹ ਸਾਰੇ ਇਕੱਠੇ ਹੋ ਗਏ। ਯਾਨੀ ਉਹਨਾਂ ਦਾ ਡੀਐਨਏ ਇੱਕੋ ਹੀ ਹੈ ਔਰ ਉਹਨਾਂ ਦਾ ਕੰਮ ਹੀ ਕੀ ਹੈ ਕਿ ਡਿਵਿਜ਼ਿਵ ਪੋਲਿਟਿਕਸ ਕਰਨੀ। ਔਰ ਪੋਲਿਟਿਕਸ ਦਾ ਫਾਇਦਾ ਕਿਹਨੂੰ ਹੁੰਦਾ? ਉਹ ਬੀਜੇਪੀ ਨੂੰ ਹੁੰਦਾ। ਜਿਸ ਵੇਲੇ ਡਿਵੀਜ਼ਨ ਹੁੰਦੀ ਹੈ ਔਰ ਮੈਜੋਰਟੀ ਪਾਰਟੀ, ਮੈਜੋਰਟੀ ਗਰੁੱਪ ਇੱਕ ਪਾਸੇ ਹੁੰਦਾ ਹੈ ਜਾਂ ਹਿੰਦੂ ਮੈਜੋਰਟੀ ਇੱਕ ਪਾਸੇ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਨਹੀਂ ਕਹਿੰਦਾ ਕਿ ਸਾਰੇ ਇੱਕ ਪਾਸੇ ਹੋ ਜਾਂਦੇ ਆ, ਲੇਕਿਨ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਉਸ ਚੀਜ਼ ਨੂੰ ਹੀ ਅੱਗੇ ਲਿਆ ਕੇ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਕਿ ਆਪੋਜੀਸ਼ਨ ਪਾਰਟੀ ਜਿਹੜੀ ਹੈਗੀ ਹੈ ਉਹ ਮਾਈਨੋਰਟੀਜ਼ ਦੇ ਹੱਕ ਦੇ ਵਿੱਚ ਹੈ, ਅਸੀਂ ਜਿਹੜੇ ਹੈਗੇ ਆ ਅਸੀਂ ਮੈਜੋਰਟੀ ਦੀ ਗੱਲ ਕਰਦੇ ਹਾਂ। ਅਗਰ ਕੋਈ ਮੈਜੋਰਟੀ ਦੀ ਗੱਲ ਨਹੀਂ ਕਰੇਗਾ ਉਹਨੂੰ ਕੋਈ ਅਧਿਕਾਰ ਨਹੀਂ ਹੈ ਇੰਡੀਆ ਦੇ ਵਿੱਚ ਰਾਜ ਕਰਨ ਦਾ। ਤਾਂ ਉਸ ਸਿਚੁਏਸ਼ਨ 'ਚ ਅਗਰ ਦੇਖੀਏ ਤਾਂ ਨੂੰਹ ਦੀ ਘਟਨਾ ਜਿਹੜੀ ਹੈਗੀ ਹੈ ਉਹ ਇੱਕ ਬਿਲਕੁਲ ਹੀ ਨਿਵੇਕਲੀ ਔਰ ਡਿਫਰੈਂਟ ਹੈ, ਕਿਉਂਕਿ ਪਹਿਲਾਂ ਕਦੇ ਵੀ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਈ ਹੈ। ਔਰ ਉਸ ਇਲਾਕੇ ਦੇ ਵਿੱਚ ਜਿੱਥੇ 79 to 80% ਮੁਸਲਿਮ ਆਬਾਦੀ ਹੈ, ਓਵਰਆਲ ਹਰਿਆਣੇ ਦੇ ਵਿੱਚ 7 ਜਾਂ 8% ਹੈ, ਲੇਕਿਨ ਉਸ ਇਲਾਕੇ ਦੇ ਵਿੱਚ 79-80% ਮੁਸਲਿਮ ਆਬਾਦੀ ਹੈ ਕਿ ਇੱਥੇ ਲਿਆ ਕੇ ਵੀ ਪੰਗਾ ਪਾਇਆ ਜਾਵੇ, ਇੱਥੇ ਵੀ ਇਹਨਾਂ ਨੂੰ ਸਬਜੂਗੇਟ ਜਾਂ ਥੱਲੇ ਲਾ ਕੇ ਰੱਖਿਆ ਜਾਵੇ। ਤਾਂ ਉਹ ਲੜਾਈ ਜਿਹੜੀ ਹੈਗੀ ਆ ਇਸ ਕਰਕੇ ਹੋਈ ਹੈ ਔਰ ਉਹਦੇ ਵਿੱਚ ਹਾਈ ਕੋਰਟ ਦਾ ਸੰਗਿਆਨ ਲੈਣਾ ਉਹ ਇੱਕ ਇੰਪੋਰਟੈਂਟ ਚੀਜ਼ ਹੈ। 3 ਦਿਨਾਂ ਤੋਂ ਮੁਸਲਿਮ ਪ੍ਰਾਪਰਟੀਜ਼ ਜਾਂ ਮੁਸਲਮਾਨਾਂ ਦੀ ਜਿਹੜੀਆਂ ਪ੍ਰਾਪਰਟੀਜ਼ ਹੈ ਉਹਨਾਂ ਨੂੰ ਹੀ ਨਿਸ਼ਾਨਾ ਲਾਇਆ ਜਾ ਰਿਹਾ ਸੀਗਾ। ਇਹ ਕਿਹਾ ਜਾ ਸੀਗਾ
ਕਿ ਅਸੀਂ ਵੀ ਉਸ ਤਰ੍ਹਾਂ ਹੀ ਇਨਸਾਫ ਕਰ ਰਹੇ ਹਾਂ, ਬੁਲਡੋਜ਼ਰ ਇਨਸਾਫ ਜਿਵੇਂ ਕਿ ਯੋਗੀ ਕਰਦਾ ਹੈ। ਔਰ ਕਈ ਨੇ ਤਾਂ ਇਹ ਵੀ ਕਿਹਾ ਕਿ ਖੱਟਰ ਦੀ ਜਗ੍ਹਾ ਯੋਗੀ ਨੂੰ ਲਿਆਓ ਤਾਂ ਕਿ ਇੱਥੇ ਬੁਲਡੋਜ਼ਰ ਜਿਹੜਾ ਹੈਗਾ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਫੇਰਿਆ ਜਾਵੇ। ਯਾਨੀ ਤੁਸੀਂ ਕਿਸੇ ਵੀ ਵਿਅਕਤੀ ਦਾ ਘਰ ਇਹ ਕਹਿ ਕੇ ਢਾ ਦਿਓ ਵੀ ਤੇਰੀ ਛੱਤ ਤੋਂ ਤਾਂ ਬੱਟਾ ਜਾਂ ਰੋੜੀ ਮਾਰੀ ਗਈ ਸੀਗੀ ਕਰਾਊਡ ਦੇ ਉੱਪਰ, ਇਸ ਕਰਕੇ ਤੈਨੂੰ ਕੋਈ ਅਧਿਕਾਰ ਨਹੀਂ ਹੈ। ਜਿਵੇਂ ਕਿ ਇੱਕ ਬੜਾ ਹੋਟਲ ਜਿਹੜਾ ਹੈਗਾ ਉਹਨੂੰ ਢਾਇਆ ਗਿਆ, ਜਾਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਕੇ ਕਿ ਰੋਹਿੰਗਿਆ ਸੀਗੇ ਜਿਹੜੇ ਕਿ ਇੱਥੇ ਇਲੀਗਲ ਬਸਤੀਆਂ 'ਚ ਰਹਿੰਦੇ ਸੀਗੇ, ਉਹ ਖਤਮ ਕੀਤੀਆਂ ਗਈਆਂ। ਉਹ ਤਾਂ 10-10 ਸਾਲ ਤੋਂ ਰਹਿ ਰਹੇ ਸੀਗੇ, ਅਚਾਨਕ ਇਸ ਘਟਨਾ ਦੇ ਬਾਅਦ ਹੀ ਇਹ ਸਾਰਾ ਕੁਝ ਹੋਇਆ। ਤਾਂ ਉਹ ਕਾਫੀ ਕੁਝ ਦੱਸਦਾ ਹੈ। ਤਾਂ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ, ਔਰ ਬੀਜੇਪੀ ਦਾ ਜਿਹੜਾ ਹੈਗਾ ਜਿਹਨੂੰ ਕਹਿੰਦੇ ਆਪਾਂ ਰੈਸਿਪੀ ਹੀ ਇਹ ਹੈਗੀ ਹੈ ਕਿ ਧਰਮ ਦੇ ਨਾਂ ਤੇ ਧਰਮ ਨੂੰ ਇੱਕ ਵੈਪਨ ਦੀ ਤਰ੍ਹਾਂ ਇਸਤੇਮਾਲ ਕਰਨਾ, ਔਰ ਉਹ ਵੈਪਨ ਹੀ ਹੈਗਾ ਕਿ ਦਰਾੜਾਂ ਕ੍ਰੀਏਟ ਕਰਨੀਆਂ ਧਰਮ ਦੇ ਨਾਂ ਤੇ, ਔਰ ਉਸ ਤੋਂ ਬਾਅਦ ਮੈਜੋਰਿਟੀ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨੀ, ਔਰ ਸੱਤਾ ਹਥਿਆਉਣੀ। ਇਹ ਚੀਜ਼ਾਂ ਖਾਸ ਤੌਰ ਪਰ ਜਿਹੜਾ ਕੌ ਬੈਲਟ ਹੈ ਜਾਂ ਹਿੰਦੀ ਹਾਰਟਲੈਂਡ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਯੂਪੀ ਆ ਜਾਂਦੀ ਹੈ, ਮੱਧ ਪ੍ਰਦੇਸ਼ ਹੈ, ਗੁਜਰਾਤ ਹੈ, ਰਾਜਸਥਾਨ ਹੈ, ਹਰਿਆਣਾ ਹੈ, ਛੱਤੀਸਗੜ੍ਹ ਹੈ, ਉੱਤਰਾਖੰਡ ਹੈ, ਇਹ ਜਿਹੜੇ ਏਰੀਆਜ਼ ਹੈਗੇ ਆ, ਜਾਂ ਬਿਹਾਰ ਹੈ, ਇਹ ਸਾਰੇ ਏਰੀਏ ਦੇ ਵਿੱਚ ਜ਼ਿਆਦਾ। ਸਾਊਥ ਦੇ ਵਿੱਚ ਇਹ ਚੀਜ਼ ਨਹੀਂ ਹੈ। ਸਾਊਥ ਦੇ ਵਿੱਚ ਤੁਸੀਂ ਦੇਖੋ ਇਹਨਾਂ ਨੇ ਬਹੁਤ ਕੋਸ਼ਿਸ਼ ਕਰ ਲਈ ਹੈ, ਲੇਕਿਨ ਆਪਣਾ ਪੈਰ ਨਹੀਂ ਫਸਾ ਸਕੇ। ਇੱਕ ਕਰਨਾਟਕਾ ਸੀਗਾ, ਉਹ ਵੀ ਹੱਥੋਂ ਚਲਾ ਗਿਆ। और केरला, तमिलनाडु, या समझ लो उड़ीसा या वेस्ट बंगाल, अपने आंध्रा, तेलंगाना, ਉੱਥੇ ਇਹ ਚੀਜ਼ ਉਹਨਾਂ ਨੂੰ ਪਤਾ ਹੈ ਵੀ ਇਹ ਕੀ ਹੈ। ਇਹ ਜਿਹੜਾ ਹਿੰਦੀ ਬੈਲਟ ਹੈ ਜਾਂ ਕੌ ਬੈਲਟ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਹੀ ਇਹਦਾ ਜ਼ਿਆਦਾ, ਉਹਦੇ ਸਿਰ ਦੇ ਉੱਪਰ ਹੀ ਰਾਜ ਚੱਲ ਰਿਹਾ ਹੈ। ਦੇਖੋ ਯੂਪੀ ਦੇ ਵਿੱਚ ਅਗਰ ਤੁਸੀਂ 80 ਦੇ ਵਿੱਚੋਂ 75 ਜਾਂ 70 ਸੀਟਾਂ ਜਿੱਤ ਲੈਂਦੇ ਹੋ ਤਾਂ ਇੱਕ ਬਹੁਤ ਵੱਡਾ ਚੰਕ ਤੁਹਾਡੇ ਕੋਲ ਆ ਜਾਂਦਾ ਹੈ, ਜਿਹੜਾ ਕਿ ਤੁਹਾਨੂੰ ਮੈਜੋਰਿਟੀ ਦਿੰਦਾ ਹੈ ਲੋਕ ਸਭਾ ਦੇ ਵਿੱਚ। ਉਹਨਾਂ ਨੂੰ ਇਸ ਫਾਰਮੂਲੇ ਦਾ ਪਤਾ ਹੈ, ਉਹਦੇ ਅੰਡਰ ਹੀ ਸਾਰਾ ਕੁਝ ਹੋਇਆ ਜਿਹੜਾ ਕਿ 9 ਦੇ ਵਿੱਚ ਹੋਇਆ, ਔਰ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਛਾ ਹੈ ਕਿ ਹਾਈ ਕੋਰਟ ਨੇ ਇਹਦਾ ਸੰਗਿਆਨ ਲੈਤਾ ਹੈ, ਲੇਕਿਨ ਹਾਈ ਕੋਰਟ ਨੂੰ ਇਹ ਤੋਂ ਅੱਗੇ ਜਾ ਕੇ ਸਟੇਟ ਦੇ ਉੱਪਰ ਡੈਮੇजेस ਪਾਉਣੇ ਚਾਹੀਦੇ ਆ, ਜਿਨ੍ਹਾਂ ਦੀ ਪ੍ਰਾਪਰਟੀ ਉਹਨਾਂ ਨੇ ਬਿਨਾਂ ਕਿਸੇ ਕਾਨੂੰਨੀ ਚਾਰਾਜੋਈ ਦੇ, ਬਿਨਾਂ ਕਿਸੇ ਲੀਗਲ ਜਾਂ ਲਾ ਉਹਨਾਂ ਨੂੰ ਪਰਮਿਟ ਨਹੀਂ ਕਰਦਾ ਸੀਗਾ, ਉਹਦੇ ਬਾਵਜੂਦ ਕੀਤੀ ਹੈ। ਉਹ ਸਟੇਟ ਨੂੰ ਦਾ ਹਰਜਾਨਾ ਦੇਣਾ ਚਾਹੀਦਾ ਡੈਮੇਜ ਜਿਹੜਾ ਉਹਨਾਂ ਦਾ ਹੋਇਆ ਉਹਨਾਂ ਦੀ ਪ੍ਰਾਪਰਟੀ ਦਾ। ਦੇਖੋ ਹਾਈ ਕੋਰਟ ਕੀ ਉਹਦੇ ਵਿੱਚ ਕੀ ਇਹ ਲੇਕਿਨ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਇਹਦੇ ਵਿੱਚ, ਮੈਂ ਤੁਹਾਨੂੰ ਦੱਸਾਂ ਕਿ ਹਰਿਆਣਾ ਗਵਰਨਮੈਂਟ 2 ਹਿੱਸਿਆਂ 'ਚ ਬਟੀ ਹੋਈ ਹੈ ਇਸ ਇਸ਼ੂ ਦੇ ਉੱਪਰ। ਕਿਵੇਂ? ਅਨਿਲ ਵਿਜ ਜਿਹੜਾ ਹੈਗਾ ਹੋਮ ਮਿਨਿਸਟਰ ਹੈ, ਲੇਕਿਨ ਉਹਦੇ ਕੋਲ ਸੀਆਈਡੀ ਨਹੀਂ ਹੈ, ਸੀਆਈਡੀ ਸੀਐਮ ਕੋਲ ਹੈ। ਉਹ ਕਹਿ ਰਿਹਾ ਭਾਈ ਮੈਨੂੰ ਨਹੀਂ ਪਤਾ ਕੀ ਹੋ ਰਿਹਾ, 9 ਦੇ ਬਾਰੇ ਜੋ ਕੁਝ ਵੀ ਪਹੁੰਚ ਰਹੀ ਹੈ ਖਬਰ ਸੀਆਈਡੀ ਦੇ ਥਰੂ, ਉਹ ਸੀਐਮ ਨੂੰ ਪਹੁੰਚ ਰਹੀ ਹੈ। ਹੁਣ ਤੁਸੀਂ ਦੇਖੋ ਕਿੰਨੀ ਪੰਗੂ ਜਾਂ ਜਿਹੜੀ ਗਵਰਨੈਂਸ ਹੈ ਕਿਸ ਤਰ੍ਹਾਂ ਦੀ ਹੈ ਕਿ ਹੋਮ ਮਿਨਿਸਟਰ ਨੂੰ ਨਹੀਂ ਪਤਾ ਸੀਆਈਡੀ ਕੀ ਰਿਪੋਰਟਾਂ ਦੇ ਰਹੀ ਹੈ ਉਸ ਇਸ਼ੂ ਦੇ ਉਹਨਾਂ ਦੇ ਬਾਰੇ, ਔਰ ਸੀਆਈਡੀ ਰਿਪੋਰਟ ਦੇ ਕੇ ਪਾਸੇ ਹਟ ਜਾਂਦੀ ਹੈ। ਸਾਰੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ, ਪੁਲਿਸ ਫੋਰਸ ਲਾਉਣੀ ਹੈ, ਉਹ ਸਾਰਾ ਕੁਝ ਹੋਮ ਮਿਨਿਸਟਰੀ ਕੋਲ ਹੈ, ਉਹਨਾਂ ਨੂੰ ਨਹੀਂ ਪਤਾ, ਕੋਆਰਡੀਨੇਸ਼ਨ ਨਹੀਂ ਹੈ। ਇਹ ਦਿਖਾਉਂਦਾ ਹੈ ਕਿ ਹਰਿਆਣਾ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਵੇਲੇ ਕਿਸ ਤਰੀਕੇ ਦੇ ਨਾਲ, ਜਾਂ ਉੱਥੇ ਜਿਹੜੀ ਕੈਬਨਿਟ ਹੈ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਨਹੀਂ ਹੈ। ਉਹਦਾ ਇੰਪੈਕਟ ਵੀ ਲੋਕਾਂ ਦੇ ਉੱਪਰ ਜਾਂ ਨੂੰਹ ਦੇ ਲੋਕਾਂ ਦੇ ਉੱਪਰ ਜਾਂ ਉੱਥੇ ਦੀ ਪਰਿਸਥਿਤੀਆਂ ਜਿਹੜੀਆਂ ਹੈਗੀਆਂ ਉਹਦੇ ਉੱਪਰ ਪੈ ਰਿਹਾ। ਬਿਲਕੁਲ, ਇਹ ਵੀ ਤਾਂ ਕਿਸੇ ਸਿਆਸਤ ਦਾ ਹਿੱਸਾ ਹੋਵੇ ਕਿ ਲੋਕਾਂ ਨੂੰ ਇੰਝ ਲੱਗੇ ਕਿ ਜੀ ਅਨਿਲ ਵਿਜ ਤਾਂ ਵਿਚਾਰੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਿਆ ਖੱਟਰ ਸਾਹਿਬ ਦੇ ਅੰਡਰ ਸਾਰਾ ਕੁਝ ਚੱਲ ਰਿਹਾ, ਤੇ ਫਿਰ ਇੱਕ ਝੁਕਾਅ ਜਿਹੜਾ ਅਨਿਲ ਵਿਜ ਪਾਸੇ ਤੋਰ ਦਿੱਤਾ। ਏਦਾਂ ਵੀ ਕਰ ਸਕਦੇ। ਮੇਰਾ ਸਵਾਲ ਇਹ ਆ ਕਿ ਅਸੀਂ ਇਹਨੂੰ, ਇਹ ਸਾਰੀਆਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਘੱਟ ਗਿਣਤੀ ਬਨਾਮ ਬਹੁ ਗਿਣਤੀ ਬਣਾ ਕੇ ਜਿਵੇਂ ਤੋਰਿਆ ਜਾ ਰਿਹਾ, ਸਿੱਖ ਮਸਲਿਆਂ ਦੇ ਵਿੱਚ ਕਿੱਦਾਂ ਦੇਖੀਏ? ਸ਼੍ਰੋਮਣੀ ਕਮੇਟੀ ਵਾਲੇ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਅੰਦਰੋਂ ਹੀ ਗੁੱਟ ਖੜੇ ਕਰਕੇ ਸ਼੍ਰੋਮਣੀ ਕਮੇਟੀ ਜਾਂ ਸਿੱਖ ਮਸਲਿਆਂ ਦੇ ਖਿਲਾਫ ਕੋਈ ਅੰਦਰੂਨੀ ਬਗਾਵਤ ਖੜੀ ਕੀਤੀ ਜਾਂਦੀ ਹੈ, ਇਹਦੇ ਵਿੱਚ ਸਰਕਾਰ ਜਾਂ ਏਜੰਸੀਆਂ ਮਿਲੀਆਂ ਹੋਈਆਂ ਜਾਂ ਬਹੁਤ ਵੱਡੇ ਪੱਧਰ ਦੀ ਇੱਕ ਸਾਜ਼ਿਸ਼ ਹੈ। ਇਹਨੂੰ ਕਿੱਦਾਂ ਦੇਖਿਆ ਜਾਏ? ਕਿ ਇਹਦੇ ਅੰਦਰ ਵੀ ਬੀਜੇਪੀ ਜਾਂ ਆਰਐਸਐਸ ਜਾਂ ਕੋਈ ਹੋਰ ਧਿਰਾਂ ਖੇਡ ਰਹੀਆਂ ਨੇ ਰਲ ਮਿਲ ਕੇ?
ਦੇਖੋ ਐਸਜੀਪੀਸੀ ਦੇ ਉੱਪਰ ਨਿਗਾਹ ਤਾਂ ਬੜੇ ਲੋਕਾਂ ਦੀ ਹੈ। ਹੂੰ, ਇਹ ਕਿਹਾ ਜਾਂਦਾ ਹੈ ਕਿ ਐਸਜੀਪੀਸੀ ਦੇ ਉੱਪਰ ਇੱਕ ਪਰਿਵਾਰ ਜਿਹੜਾ ਹੈਗਾ ਉਹਦਾ ਕਬਜ਼ਾ ਹੈ ਔਰ ਪਿਛਲੇ ਕਾਫੀ ਸਾਲ ਤੋਂ ਕਬਜ਼ਾ ਹੈ, ਇਹਨੂੰ ਖਤਮ ਕੀਤਾ ਜਾਵੇ। ਜਿਹੜਾ ਗੁਰਬਾਨੀ ਦੇ ਪ੍ਰਚਾਰ ਪ੍ਰਸਾਰ ਦੇ ਬਾਰੇ ਜਿਹੜਾ ਇਹ ਬਿੱਲ ਲਿਆਂਦਾ ਗਿਆ ਔਰ ਜਿਹੜਾ ਪੀਟੀਸੀ ਦੇ ਉੱਪਰੋਂ ਸਾਰਾ ਖੋਹਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਕਿਹਾ ਗਿਆ, ਉਹ ਵੀ ਇਹੀ ਕਿਹਾ ਗਿਆ ਕਿ ਪਰਿਵਾਰ ਦਾ ਇਹ ਪਰਿਵਾਰਵਾਦ ਹੈ, ਕਿਉਂਕਿ ਉਸ ਪਰਿਵਾਰ ਦਾ ਹਿੱਸਾ ਪੀਟੀਸੀ ਦੇ ਵਿੱਚ ਵੀ ਹੈ ਤੇ ਇਧਰ ਐਸਜੀਪੀਸੀ ਦੇ ਉੱਪਰ ਵੀ ਉਹਨਾਂ ਦਾ ਕਬਜ਼ਾ ਹੈ। ਇਸ ਕਰਕੇ ਔਰ ਆਮ ਆਦਮੀ ਪਾਰਟੀ ਦੀ ਵੀ ਨਿਗਾਹ ਐਸਜੀਪੀਸੀ ਦੇ ਉੱਪਰ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਿੱਲ ਲਿਆਉਣਾ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਹ ਦਰਸਾਉਂਦਾ ਹੈ। ਐਸਜੀਪੀਸੀ ਪਹਿਲਾਂ ਤੋਂ ਇਹ ਗੱਲ ਕਹਿ ਰਹੀ ਹੈ, ਕੱਲੇ ਐਸਜੀਪੀਸੀ ਨਹੀਂ, ਅਕਾਲੀ ਦਲ ਵੀ ਹੁਣ ਇਹ ਗੱਲ ਕਹਿ ਰਿਹਾ ਹੈ, ਈਵਨ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਵੀ ਇਹ ਗੱਲ ਕਰ ਰਹੇ ਹੈ ਕਿ ਜਿਹੜੀ ਆਰਐਸਐਸ ਬੀਜੇਪੀ ਹੈ ਉਹ ਸੇਂਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਵਿੱਚ। ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਪਗੜੀਧਾਰੀ ਸਿੱਖ ਹੈ ਬਹੁਤ ਸਾਰੇ, ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਪਿੱਛੇ ਜਿਹੇ, ਔਰ ਉਹਨਾਂ ਨੂੰ ਜਿਵੇਂ ਨੈਸ਼ਨਲ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਜਾਂ ਹੋਰ ਕਈ ਇਸ ਤਰ੍ਹਾਂ ਦੇ ਉਹ ਕੀਤੇ ਗਏ। ਫਿਰ ਉਹਨਾਂ ਨੂੰ ਇਸਤੇਮਾਲ ਕਰਨਾ, ਇਹ ਬੀਜੇਪੀ ਦਾ ਇੱਕ ਹੈਗਾ ਕਿ ਕਮਿਊਨਿਟੀ ਦੇ ਵਿੱਚੋਂ ਹੀ ਬੰਦੇ ਪੱਟ ਕੇ ਫਿਰ ਉਹਨਾਂ ਨੂੰ ਕਮਿਊਨਿਟੀ ਦੇ ਅਗੇਂਸਟ ਇਸਤੇਮਾਲ ਕੀਤਾ ਜਾਵੇ। ਤੁਹਾਨੂੰ ਮੈਂ ਦੱਸਾਂ, ਟ੍ਰਿਪਲ ਤਲਾਕ ਦੇ ਮਾਮਲੇ ਦੇ ਵਿੱਚ ਇੱਕ ਲੇਡੀ ਲਿਆ ਕੇ ਖੜੀ ਕੀਤੀ, ਉਹ ਤੋਂ ਮੁਕੱਦਮਾ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਮੁਕੱਦਮਾ ਕਰਵਾ ਕੇ ਇਹ ਟ੍ਰਿਪਲ ਤਲਾਕ ਦਾ ਇਹ ਸਾਰਾ ਬਿੱਲ ਪਾਸ ਹੋਇਆ। ਇਸੇ ਤਰੀਕੇ ਦੇ ਨਾਲ ਗਿਆਨ ਵਾਪੀ ਮਸਜਿਦ ਦੇ ਵਿੱਚ ਵੀ 5-6 ਲੇਡੀਜ਼ ਖੜੀਆਂ ਕਰਕੇ ਉਹਨਾਂ ਤੋਂ ਮੁਕੱਦਮਾ ਕਰਵਾਇਆ ਗਿਆ ਔਰ ਇਹ ਸਾਰਾ ਇਸ਼ੂ ਜਿਹੜਾ ਹੈਗਾ ਉਹ ਹੈਗਾ। ਇਸ ਤਰੀਕੇ ਦੇ ਨਾਲ ਕਈ ਵਾਰ ਜਿਹੜੀ ਹੈਗੀਆਂ ਮਾਈਨੋਰਿਟੀ ਦੇ ਵਿੱਚੋਂ ਬੰਦੇ ਪੱਟ ਕੇ ਉਹਨਾਂ ਤੋਂ ਇਹ ਸਾਰਾ ਕੁਝ ਕਰਾਇਆ ਜਾਂਦਾ। ਇਹ ਵੀ ਕਿਹਾ ਗਿਆ ਕਿ ਜਿਹੜੀ ਐਸਜੀਪੀਸੀ ਦੇ ਵਿੱਚ ਰੀਸੈਂਟਲੀ ਯੂਨੀਅਨ ਬਣੀ ਹੈ EMPLOYEES ਦੀ, ਇਹ ਵੀ ਉਹਦਾ ਹੀ ਇੱਕ ਹਿੱਸਾ ਹੈਗਾ ਕਿ EMPLOYEES ਯੂਨੀਅਨ ਨੂੰ ਫਿਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਇਸਤੇਮਾਲ ਕੀਤਾ ਜਾਊਗਾ। ਇਹ ਸਾਰਾ ਚੀਜ਼ ਜਿਹੜੀ ਹੈਗੀ ਆ ਉਹ ਕਰ ਰਹੀ ਹੈ ਔਰ ਉਹਦੇ ਵਾਸਤੇ ਦੋਨਾਂ ਧਿਰਾਂ ਨੂੰ, ਖਾਸ ਤੌਰ ਪਰ ਐਸਜੀਪੀਸੀ ਨੂੰ ਜਾਂ ਜਿਹੜੀ ਸਿੱਖ ਸਿਆਸਤ ਹੈ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਧਿਆਨ ਰੱਖਣਾ ਪਏਗਾ ਕਿ ਆਪਸ ਦੀਆਂ ਲੜਾਈਆਂ ਦੇ ਵਿੱਚ ਆਪਾਂ ਆਪਣੇ ਇੰਸਟੀਟਿਊਸ਼ਨ ਨਾ ਖੋਲ ਰਹੀਏ। ਪਹਿਲਾਂ ਹੀ ਬਹੁਤ ਸਾਰੇ ਤਖਤਾਂ ਦੇ ਵਿੱਚ, ਤਖਤਾਂ ਦੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨਸ ਹੈ ਪੰਜਾਬ ਤੋਂ ਬਾਹਰ ਜਿਹੜੇ ਤਖਤ ਹਨ, ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਨੌਨ ਸਿੱਖ ਅਪੁਆਇੰਟ ਕਰਨਾ ਜਾਂ ਉਹਨਾਂ ਦੇ ਚੇਅਰਮੈਨ ਵਗੈਰਾ ਲਾਉਣਾ, ਇਹ ਸਾਰਾ ਕੁਝ ਪਹਿਲਾਂ ਤੋਂ ਚੱਲ ਰਿਹਾ। ਇਸ ਕਰਕੇ ਇਹ ਇਕੱਲਾ ਇਹ ਨਹੀਂ ਹੈ ਕਿ ਮੁਸਲਮਾਨਾਂ ਨੂੰ ਨੌ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਪਰ ਪ੍ਰਤਾੜਿਤ ਕੀਤਾ ਜਾ ਰਿਹਾ ਹੈ, ਬਲਕਿ ਜਿੰਨੀਆਂ ਵੀ ਕਮਿਊਨਿਟੀਜ਼ ਹੈ, ਜਿੰਨੀਆਂ ਵੀ ਮਾਈਨੋਰਿਟੀਜ਼ ਹੈ, ਉਹ ਸਾਰੀਆਂ ਇਸ ਵੇਲੇ ਅੰਡਰ ਪ੍ਰੈਸ਼ਰ ਹੈ ਜਾਂ ਅੰਡਰ ਥ੍ਰੈਟ ਹੈ, ਕਿਉਂਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੇ ਅਗੇਂਸਟ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਇੰਸਟੀਟਿਊਸ਼ਨ ਦੇ ਵਿੱਚ ਇੱਕ ਵਾਰ ਸੇਂਧ ਲਾ ਕੇ ਪੈਨੀਟ੍ਰੇਟ ਕਰ ਜਾਈਏ, ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਇੰਸਟੀਟਿਊਸ਼ਨਸ ਨੂੰ ਵੀ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰੀਏ। ਇਹ ਜਾਰੀ ਹੈ। ਬਿਲਕੁਲ ਬਿਲਕੁਲ। ਸ਼ੁਕਰੀਆ ਤੁਹਾਡਾ ਖਾਲਿਦ ਸਾਹਿਬ, ਧੰਨਵਾਦ ਜੀ, ਮਿਹਰਬਾਨੀ।